ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ कि मेरी ताकत है। तो वो जो ताकत जे मैनूं लगदा कि जिहड़े सरपंच पंच ने जे उन्हां नूं ये समझ आ जाए कि उन्हां दी ताकत ग्राम सभा च है, उन्हां दी ताकत उपर नहीं है। जे वो सरपंच सारे ही मते जिन्ने भी फैसले पंचायत करदी है ग्राम सभा राहीं कराउणा शुरू कर दे, सरपंच का कोई बाल बीगा नहीं कर सकता कोई अफसर, क्योंकि सारे पिंड नूं ना कोई फांसी ला सकता, सारे पिंड नूं ना कोई डरा सकता। कुछ बंदियां नूं डराया भी जा सकता ते खरीदिया भी जा सकता। उस दे विच ये लिखिया गया मता कि जिहड़ा वीडियो पवा के गया ये गैर कानूनी है, गैर संविधानक है, असीं इहनूं नहीं मनदे, साडे कोल कोई जमीन नहीं। ते वो जमीन नहीं जग गई, जोर ला लिया DC पद्धर तक बाकी दे लोकां ने, क्योंकि ग्राम सभा दे मते दी ताकत है। पंचायत दे मते नूं वीडियो भी रद्द कर सकदा, ग्राम सभा के मते नूं टॉप चीफ सैकटरी, प्रधानमंत्री, चीफ मिनिस्टर भी रद्द नहीं कर सकते। जो गलत भी पै जे तो उन्होंने वापस भेज सकते हैं कि इनू तुसीं ठीक करके भेजो। उन्होंने रद्द करने का हक नहीं है किसी भी रूप दे विच। कि 5 बंदे दी कमेटी बनाती जिन्हां जिहड़े बेघरे ने, जिन्हां कोल घर नहीं है जां जिन्हां नूं घर दी लोड़ है, जां 5 मरले दे प्लाटां दी गौरमेंट दी स्कीम है, तुसीं अर्जियां दिओ। लोकां ने 218 अर्जियां दित्तियां, ग्राम सभा दे विच 100 अर्जी लोगों ने रद्द करती खड़ के कि तेरे कोल चंगा भला घर है, तू क्यों करदा, तेरे कोल घर है क्यों करदा। क्योंकि इकट्ठ दे विच झूठ बोलना बहुत औखा काम हुंदा, 4 बंदियां नूं मनाउणा सौखा काम हुंदा। ते 116 ने 116 मकान बन रहे ने, 18 फुटियां गलियां ने, और सारियां सरकारां ने जोर ला लिया कि नहीं बन देना। MLA कहे मेरा उत्थे नींह पत्थर तां लवा दो घट्टो घट्ट मेरे नाम नाल, उन्होंने कहा तेरा कोई काम ही नहीं है भाई, ये पिंड का काम है, ग्राम सभा का काम उन्हें करता है, तेरा नहीं पत्थर काहदे लई लगे। ਤੁਸੀਂ ਕਿਹਾ ਵੀ 2 ग्राम सभा ਹੋਣੀਆਂ ਲਾਜ਼ਮੀ ਨੇ ਪਿੰਡ ਵਿੱਚ। ਜੇ ਉਸੇ ग्राम सभा ਵਿੱਚ ਸਰਪੰਚ ਨਹੀਂ ਆਉਂਦਾ ਕੀ ਸਰਪੰਚ ਸਸਪੈਂਡ ਹੋ ਸਕਦਾ? ਉਹ 2 ਤਾਂ ਜਿਹੜੀਆਂ ਜੇ ਲਗਾਤਾਰ ਨਹੀਂ ਕਰਾਉਂਦਾ ਉਹ ਆਉਂਦਾ ਹੀ ਨਹੀਂ ਜੂਨ ਨਾਲ, ਤੇ ਫਿਰ ਤਾਂ ਆਟੋਮੈਟਿਕਲੀ ਸਸਪੈਂਡ ਹੋ ਸਕਦਾ। ਪੰਜਾਬ 'ਚ ਕਿਤੇ ਦਿਖਿਆ ਵੀ ग्राम सभा ਨਾ ਹੀ ਹੋਵੇ ਤੇ ਕੋਈ ਵੀ ਸਰਪੰਚ ਪੰਜਾਬ 'ਚ ਸਸਪੈਂਡ ਹੋ ਗਿਆ ਹੋਵੇ? ਉਹ ਕਰਦੇ ਕੀ ਨੇ, ਹੇਰਾ ਫੇਰੀ ਕਾਗਜ਼ਾਂ 'ਚ ਹੁੰਦੀ ਹੈ। ਜਿੱਥੇ ਰਾਣਾ ਗੁਰਜੀਤ ਜਿਹੜਾ ਸਭ ਬੜੇ ਇੰਪੋਰਟੈਂਟ ਚੀਫ ਮਿਨਿਸਟਰ ਦੇ ਨੇੜੇ ਗਿਣਿਆ ਜਾਂਦਾ, ਤਾਕਤਵਰ ਆਦਮੀ ਹੈ, ਉਹਦੀ ਸ਼ੂਗਰ ਮਿਲ ਹੈ, ਉਹ ਨਾਲ ਸ਼ਰਾਬ ਫੈਕਟਰੀ ਲਾਉਣਾ ਚਾਹੁੰਦਾ। 8 ਪਿੰਡਾਂ ਨੇ ਕਿਹਾ ਕਿ ਸਾਡਾ ਪਾਣੀ ਬਰਬਾਦ ਕਰਤਾ, ਸਾਡੇ 'ਚ ਪੋਲੂਸ਼ਨ ਇੰਨਾ ਜ਼ਿਆਦਾ ਹੋ ਰਿਹਾ, ਅਸੀਂ ਨਹੀਂ ਦਿੰਦੇ। 8 ਪਿੰਡਾਂ ਦੀ ਗ੍ਰਾਮ ਸਭਾ ਹੋਈ ਤੇ ਉਹ 8 ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੇ ਲਗਭਗ 80% ਤੋਂ ਵੱਧ ਕੰਮ ਹੋਇਆ ਫੈਕਟਰੀ ਦਾ। ਮਜਬੂਰ ਹੋ ਕੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਕੇ ਰੱਦ ਕਰਕੇ ਆਏ ਨੇ, ਉਹ ਰੱਦ ਹੋ ਗਿਆ ਪ੍ਰੋਜੈਕਟ ਪਿਛਲੇ ਇਸੇ ਮਹੀਨੇ ਦੀ ਗੱਲ। ਇਹ ਗ੍ਰਾਮ ਸਭਾ ਦੀ ਤਾਕਤ ਹੈ। ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਇਹਦਾ ਮਤਲਬ ਪੂਰੇ ਸਮੂਹ ਇਕੱਠ ਹੁੰਦਾ ਉਹਦੇ 'ਚ। ਜਦੋਂ ਪੈਨਸ਼ਨ ਵੰਡਣੀ ਹੈ ਜਾਂ ਕੋਈ ਹੋਰ ਇਹੋ ਜਿਹਾ ਕੰਮ ਕਰਨਾ, ਆਟਾ ਦਾਲ ਦੀ ਵੰਡ ਕਰਨੀ ਹੈ, ਉੱਥੇ ਇੱਕ ਰਜਿਸਟਰ ਰੱਖਿਆ ਹੋਇਆ, ਉਹ ਸੈਕਟਰੀ ਆਪਦੇ ਆਪ ਇੱਧਰ ਉੱਧਰ ਕਰਾ ਲੈਂਦਾ, ਉਹ 'ਤੇ 20-50 ਬੰਦਿਆਂ ਦੇ ਦਸਤਖਤ ਕਰਾ ਲੈਂਦਾ, ਅੰਗੂਠੇ ਲਵਾ ਲੈਂਦਾ, ਉਹ ਕਹਿੰਦੇ ਗ੍ਰਾਮ ਸਭਾ ਹੋ ਗਈ ਹੈ ਜੀ। ਇਹ ਗਲਤ ਹੈ, ਉਹ ਗੈਰ ਕਾਨੂੰਨੀ ਹੈ, ਗਲਤ ਹੈ। 420 ਹੈ। ਇਹ ਸੈਕਟਰੀ ਕੇਸ ਹੋ ਸਕਦਾ? ਹੋਣਾ ਚਾਹੀਦਾ ਜੇ ਕੋਈ ਕਰੇ, ਮਤਲਬ ਕਰੂਗਾ ਕੌਣ ਜੇ ਹੁਣ ਅਵੇਅਰਨੈਸ ਹੋਏਗੀ। ਬਾਕੀ ਹੈ ਨਾ, ਤੁਸੀਂ ਮੈਨੂੰ ਪੈਨਸ਼ਨ ਦੇ ਰਹੇ ਹੋ, ਮੇਰਾ ਅੰਗੂਠਾ ਕਿਤੇ ਹੋਰ ਲਵਾ ਰਹੇ ਹੋ, ਮੈਨੂੰ ਬਿਨਾਂ ਦੱਸੇ ਲਵਾ ਰਹੇ ਹੋ, ਤਾਂ 420 ਹੈ ਨਾ। ਇਹ ਹੇਰਾ ਫੇਰੀ ਹੈ। 420 ਦਾ ਪਰਚਾ ਦਰਜ ਹੋਣਾ ਚਾਹੀਦਾ ਨਾ ਕਿ ਤੇ ਫਰਾਡ ਕਰ ਰਹੇ ਹੋ ਤੁਸੀਂ ਸਾਰੇ ਲੋਕਾਂ ਨਾਲ, ਸਾਰੇ ਪਿੰਡਾਂ 'ਚ ਵਾਪਰ ਰਿਹਾ। ਪਿੰਡਾਂ ਵਿੱਚ ਗ੍ਰਾਂਟਾਂ ਜਾਂਦੀਆਂ ਕਿਵੇਂ ਨੇ? ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਹੁੰਦਾ ਹੈ, ਜਾਂ ਪੰਜਾਬ ਸਰਕਾਰ ਆਪਣੇ ਟੈਕਸ ਵਿੱਚੋਂ ਪਿੰਡ ਵਿੱਚ ਕਿੰਨੇ ਕੁ ਗ੍ਰਾਂਟਾਂ ਦਿੰਦੇ ਨੇ? ਜੇ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਕਿ ਕਰਨਾਟਕਾ 'ਚ 40% ਬਜਟ ਸਟੇਟ ਦਾ ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ ਜਾਂਦਾ, ਕੇਰਲਾ 'ਚ 23% ਬਜਟ ਸਟੇਟ ਦਾ ਸਿੱਧਾ ਪੰਚਾਇਤੀ ਰਾਜ ਸਾਡੇ 5 ਨਹੀਂ ਗਈ, ਨਾ ਪਹਿਲੇ ਅਕਾਲੀ ਰਾਜ 'ਚ ਨਾ ਇਸ ਅਮਰਿੰਦਰ ਸਿੰਘ ਦੇ ਰਾਜ 'ਚ 5 ਪੈਸੇ ਨਹੀਂ ਗਏ। ਔਰ ਹੁਣ KR ਲਖਣਪਾਲ ਜਿਹੜੇ ਪਹਿਲਾਂ ਚੀਫ ਸੈਕਟਰੀ ਸੀ, ਇਹ ਸਟੇਟ ਦੇ ਫਾਈਨਾਂਸ ਕਮਿਸ਼ਨ ਦੇ ਮੁਖੀ ਬਣੇ ਨੇ, ਉਹਨਾਂ ਨੇ ਅੰਤਰਮ ਰਿਪੋਰਟ ਸੌਂਪੀ ਆ, 2 ਮਹੀਨੇ ਹੋਏ ਨੇ। ਉਹਨਾਂ ਨੇ ਰਿਕਮੈਂਡ ਕੀਤਾ ਵੀ 4% ਤਾਂ ਦੇ ਦਿਓ ਬਾਬਾ, 4% ਜਿੰਨਾ ਤੁਹਾਡਾ ਟੋਟਲ ਰੈਵਨਿਊ ਹੈ ਉਹ 'ਚੋਂ 4% ਦੇ ਦਿਓ ਪਿੰਡ ਨੂੰ। ਕਿ ਵੱਖ-ਵੱਖ ਗੌਰਮੈਂਟਾਂ ਆਈਆਂ ਅੱਜ ਤੱਕ, ਉਹ ਨਾ 29 ਡਿਪਾਰਟਮੈਂਟ ਦੇ ਸਕੀਆਂ, ਨਾ ਫੰਕਸ਼ਨਰੀ ਦੇ ਸਕੀਆਂ, ਨਾ ਪੈਸਾ ਦੇ ਸਕੀਆਂ। ਕਿਉਂ ਨਹੀਂ ਦਿੱਤਾ ਤੁਸੀਂ? ਪਹਿਲਾਂ ਇਹ ਸਵਾਲ ਹੈ। ਅੱਗੇ ਕਿਵੇਂ ਦਿਓਗੇ ਫਿਰ? ਅੱਜ ਜਿਹੜਾ ਵਾਅਦਾ ਕਰਦੇ ਹੋ ਤੇ ਕਿਵੇਂ ਦੇ ਦੋਗੇ ਤੁਸੀਂ, ਉਹ ਸਵਾਲ ਹੈ। ਤੇ ਗ੍ਰਾਮ ਸਭਾਵਾਂ ਦੇ ਵਿਰੋਧੀ ਤੁਸੀਂ ਕਿਉਂ? ਕਿਉਂਕਿ ਜੇ ਹੋ ਜਾਂਦਾ ਅਸਲ 'ਚ MLA ਮੰਤਰੀ ਕਿਸੇ ਨੂੰ ਕੌਣ ਪੁੱਛੂਗਾ? ਫੀਤਾ ਕੱਟਣ ਕਿਉਂ ਬੁਲਾਊਗਾ? ਉਹ ਕਹਿੰਦਾ ਮੈਂ ਉੱਥੇ 4 ਲੱਖ ਗ੍ਰਾਂਟ ਦੇ ਕੇ ਆਉਣੀ ਹੈ। ਜੇ ਗ੍ਰਾਂਟ ਸਾਡੀ ਹੋ ਹੈ, ਸਾਡੇ ਕੋਲ ਹੀ ਰਹਿਣੀ, ਅਸੀਂ ਆਪਦਾ ਫੈਸਲਾ ਕਰ ਲਿਆ, ਤੇ ਤੇਰੇ ਤੋਂ ਕੀ ਲੈਣਾ? ਕਿਉਂਕਿ ਸਾਡੇ MLA ਜਿਹੜੇ ਅਸੀਂ ਚੁਣਦੇ ਆ, ਇਹ ਵਿਧਾਨ ਘੜਨੀ ਸਭ ਹੈ, ਉੱਥੇ ਵਿਧਾਨ ਬਣਾਉਣੇ ਨੇ ਤੇ ਪਾਲਿਸੀ ਬਣਾਉਣੀ। ਇੰਨੇ ਜੋਗੇ MLA ਹੈ ਨਹੀਂ ਪਾਲਿਸੀ ਬਣਾਉਣ ਜੋਗੇ, ਉਹ ਫੀਤਾ ਕੱਟਣ ਜੋਗੇ ਨੇ। ਕੋਈ ਵੀ ਜੋ ਕੇਂਦਰ ਸਰਕਾਰ ਦਾ ਪੈਸਾ ਆਉਂਦਾ ਜਾਂ ਗ੍ਰਾਂਟ ਆਉਂਦੀ ਹੈ, ਉਸ ਉੱਪਰ ਨੀਂਹ ਪੱਥਰ ਰੱਖਿਆ ਜਾ ਸਕਦਾ MP MLA ਦਾ? ਇਹ ਤਾਂ ਇਖਲਾਕੀ ਸਵਾਲ ਨੇ, ਕਿਸੇ ਦਾ ਕੁਝ ਨਹੀਂ ਰੱਖਿਆ ਜਾਂ ਤੇਰਾ ਰਾਈਟ ਹੀ ਨਹੀਂ ਉਹਦੇ 'ਚ ਹੈ ਨਹੀਂ ਲੱਗਾ ਦੇਗਾ। ਇਹ ਐਵੇਂ ਵਾਧੂ ਦੇ ਕੰਮ ਨੇ ਜਿਹੜੇ ਸ਼ੁਰੂ ਕਰ ਲਏ ਨੇ ਸਾਡੇ। ਗ੍ਰਾਮ ਸਭਾ ਦੇ ਵਿੱਚ MLA MP ਦਾ ਕੋਈ ਰੋਲ ਨਹੀਂ।
ਤੇ ਕਿਸੇ ਵੀ ਬਾਹਰਲੇ ਬੰਦੇ ਨੂੰ ਗ੍ਰਾਮ ਸਭਾ ਦੀ ਇਹ ਤਾਕਤ ਹੈ, ਉਹ ਕੱਢ ਸਕਦੀ ਹੈ ਕਿ ਤੂੰ ਚਲਾ ਜਾ ਇੱਥੋਂ, ਤੂੰ ਸਾਡਾ ਮੈਂਬਰ ਨਹੀਂ ਹੈ, ਤੂੰ ਹਾਂ ਉਸੇ ਪਿੰਡ ਦਾ ਜੇ ਐਮਐਲਏ ਐਮਪੀ ਉਹ ਆਪਦੀ ਗ੍ਰਾਮ ਸਭਾ 'ਚ ਬੈਠ ਸਕਦਾ ਬਤੌਰ ਸਧਾਰਨ ਮੈਂਬਰ। ਨਹੀਂ ਨੀਤ ਤੋਂ ਤਾਂ ਫਰਾਡ ਹੈ ਸਾਰਾ, ਨੀਂਹ ਪੱਥਰ ਦਾ ਤਾਂ ਕਲਚਰ ਹੀ ਗਲਤ ਹੈ। ਤੁਸੀਂ ਰਾਜੇ ਥੋੜ੍ਹੀ ਹੋ, ਮਹਾਰਾਜੇ ਥੋੜ੍ਹੀ ਹੋ ਜਿਹੜੇ ਤੁਸੀਂ ਰਾਜਿਆਂ ਵਾਲਾ ਕੰਮ ਕਰਦੇ ਹੋ, ਮੇਰਾ ਨੀਂਹ ਪੱਥਰ ਰਹੇ ਜੀ। ਇਹ ਲੋਕਾਂ ਦਾ ਪੈਸਾ, ਲੋਕਾਂ ਦੇ ਟੈਕਸ ਨੇ। ਤੁਸੀਂ ਇੱਕ ਰਸਤੇ ਦੇ ਵਿੱਚ ਇੱਕ ਤੁਹਾਡਾ ਮਾਹੌਲ ਹੈ ਕਿ ਤੁਹਾਨੂੰ ਇੱਕ ਕੰਮ ਮਿਲਿਆ ਜਾਂਦੇ ਜਾਂਦੇ ਕਰਨਾ, ਇਹ ਤਾਂ ਉਹੀ ਬੰਦ ਹੋਣਾ ਚਾਹੀਦਾ ਨੀਂਹ ਪੱਥਰ ਕਲਚਰ। ਸਰਪੰਚ ਕੋਲ ਗ੍ਰਾਂਟ ਆ ਜਾਂਦੀ ਹੈ, ਹੁਣ ਪੈਸਾ ਪਿੰਡ ਵਿੱਚ ਲੱਗਣਾ ਕਿੱਥੇ ਹੈ? ਕਿ ਇਹ ਵੀ ਪਿੰਡ ਦੇ ਲੋਕ, ਕਿਉਂਕਿ ਜੇ ਗ੍ਰਾਮ ਸਭਾ ਬੁਲਾਣੀ ਉਹ ਸਾਰੇ ਪਿੰਡ ਦੇ ਲੋਕ ਮੈਂਬਰ ਨੇ ਗ੍ਰਾਮ ਸਭਾ 'ਚ, ਕਿ ਗ੍ਰਾਮ ਸਭਾ ਹੀ ਤੈਅ ਕਰੂਗੀ ਵੀ ਪਿੰਡ ਦਾ ਪੈਸਾ ਕਿੱਥੇ ਲੱਗਣਾ, ਕਿਵੇਂ ਲੱਗਣਾ। ਕਿ ਦਿੱਲੀ 'ਚ ਬੈਠੇ ਬੰਦੇ ਨੂੰ, ਚੰਡੀਗੜ੍ਹ 'ਚ ਬੈਠੇ ਬੰਦੇ ਨੂੰ ਮੇਰੇ ਪਿੰਡ 'ਚ ਕੀ ਹੋਣਾ ਚਾਹੀਦਾ ਉਹਨੂੰ ਕਿਵੇਂ ਪਤਾ? ਹਰ ਪਿੰਡ ਦਾ ਹਰ ਸਾਲ ਦਾ ਬਜਟ ਗ੍ਰਾਮ ਸਭਾ ਤੋਂ ਅਪਰੂਵ ਕਰਾਉਣਾ ਜ਼ਰੂਰੀ ਹੈ, ਪਾਸ ਕਰਾਉਣਾ ਜ਼ਰੂਰੀ ਹੈ, ਤਾਂ ਹੀ ਤੁਸੀਂ ਖਰਚ ਕਰ ਸਕਦੇ ਹੋ। ਕਾਨੂੰਨ ਦੇ ਮੁਤਾਬਕ ਗ੍ਰਾਮ ਸਭਾ ਦੇ 2 ਇਜਲਾਸ ਹੋਣੇ ਜ਼ਰੂਰੀ ਨੇ ਪੱਕੇ, ਚਾਹੇ ਹਰ ਮਹੀਨੇ ਸਪੈਸ਼ਲ ਇਜਲਾਸ ਜਦੋਂ ਮਰਜ਼ੀ ਹੁੰਦੇ ਰਹਿਣ। ਇਹ 2 ਆਮ ਇਜਲਾਸ ਨੇ, ਇੱਕ ਜੂਨ ਦਾ ਮਹੀਨਾ ਤੇ ਇੱਕ ਦਸੰਬਰ ਦਾ ਮਹੀਨਾ, ਜਿਹਨੂੰ ਹਾੜੀ ਤੇ ਸੌਣੀ ਦੇ ਇਜਲਾਸ ਵੀ ਕਿਹਾ ਜਾਂਦਾ। ਹੁਣ ਅੰਦਾਜ਼ਾ ਤੁਸੀਂ ਪੰਜਾਬ 'ਚ ਲਾਓ ਕਿ ਜਿਹੜੇ ਮਰਜ਼ੀ ਪਿੰਡ 'ਚ ਜਾ ਕੇ ਪੁੱਛੋ ਤੁਸੀਂ ਗ੍ਰਾਮ ਸਭਾ ਜਾਣਦੇ ਹੋ, ਤੁਹਾਡੇ ਪਿੰਡ ਕਦੇ ਹੁੰਦੀ? ਉਹ ਕਹਿੰਦਾ ਨਹੀਂ। ਫਿਰ ਤੁਸੀਂ ਪੁੱਛਦੇ ਹੋ ਤੁਹਾਡਾ ਸਰਪੰਚ ਕਦੇ ਸਸਪੈਂਡ ਹੁੰਦਾ? ਉਹ ਕਹਿੰਦਾ ਨਹੀਂ। ਪੰਜਾਬ 'ਚ ਤਾਂ ਬਹੁਤੇ ਸਰਪੰਚ ਸਸਪੈਂਡ ਹੋ ਜਾਣੇ ਚਾਹੀਦੇ ਸੀ ਬਾਰ-ਬਾਰ, ਕਿਉਂ ਨਹੀਂ ਹੋ ਰਿਹਾ ਇਹ ਕੰਮ? ਕਿਉਂਕਿ ਸੈਕਟਰੀ ਤੋਂ ਲੈ ਕੇ BDO ਤੋਂ ਲੈ ਕੇ ਹਲਕਾ ਇੰਚਾਰਜ, MP MLA ਮੰਤਰੀ ਸੰਤਰੀ ਸਭ ਰਲੇ ਹੋਏ ਨੇ। ਜਦ ਸਰਪੰਚ ਧੜੇਬਾਜ਼ ਹੋਊਗਾ, ਇੱਕ ਪਾਰਟੀ ਦਾ ਪ੍ਰਤੀਨਿਧ ਹੋਊਗਾ, ਪਿੰਡ ਦਾ ਨਹੀਂ ਹੋਏਗਾ, ਉਹਦੇ ਨਾਲ ਫਿਰ ਕੀ ਹੁੰਦਾ ਹੈ? ਪਿੰਡਾਂ ਦੇ ਵਿੱਚ ਜਿਹੜੇ ਫਾਇਦੇ ਲੋਕਾਂ ਨੂੰ ਹੋਣੇ ਹੁੰਦੇ ਨੇ ਸਮੁੱਚੇ ਸਮੂਹਿਕ ਪਿੰਡ ਦੇ ਤੌਰ ਤੇ, ਉਹ ਨਹੀਂ ਹੁੰਦੇ। ਉਹ ਕਹਿੰਦਾ ਇਹਨੇ ਮੈਨੂੰ ਵੋਟ ਪਾਈ ਹੈ, ਇਹਨੇ ਮੈਨੂੰ ਵੋਟ ਨਹੀਂ ਪਾਈ, ਇਹਦਾ ਮੈਂ ਨੁਕਸਾਨ ਕਰਨਾ, ਇਹਦਾ ਮੈਂ ਫਾਇਦਾ ਕਰਨਾ। ਔਰ ਇਸੇ ਕਰਕੇ ਉਹ ਹਮੇਸ਼ਾ ਬੰਦੂਆ ਮਜ਼ਦੂਰੀ ਦੀ ਤਰ੍ਹਾਂ ਸਰਪੰਚ ਕੰਮ ਕਰਦਾ ਹੈ। BDO ਸੈਕਟਰੀ ਤੇ ਉੱਪਰ ਦੇ ਬੰਦਿਆਂ ਨਾਲ, ਹਲਕਾ ਇੰਚਾਰਜ ਤੇ MLA ਤੱਕ, ਉਹ ਕਹਿੰਦਾ ਮੇਰੇ ਮੁਤਾਬਕ ਕੰਮ ਕਰ, ਤੇ ਉਹ ਆਜ਼ਾਦ ਨਹੀਂ ਹੈ। ਆਜ਼ਾਦ ਉਦਣ ਹੋਣਾ ਜਿੱਦਣ ਉਹ ਗ੍ਰਾਮ ਸਭਾ ਦੀ ਸਮਝ ਆ ਗਈ, ਉਹਨੇ ਗ੍ਰਾਮ ਸਭਾ ਨੂੰ ਪੜੇਗਾ। ਨਹੀਂ ਤਾਂ ਜੇ ਦੁਨੀਆ, ਜੇ ਆਪਾਂ ਦੇਖੀਏ ਸਾਡੇ ਸੂਬੇ 'ਚ 13,038 ਸਰਪੰਚ ਨੇ ਇਸ ਸਮੇਂ, ਲਗਭਗ 87,000 ਪੰਚ ਹੈ, 2980 ਦੇ ਕਰੀਬ ਬਲਾਕ ਸੰਮਤੀ ਮੈਂਬਰ ਨੇ, 327 ਜ਼ਿਲ੍ਹਾ ਪ੍ਰੀਸ਼ਦ ਮੈਂਬਰ, 1 ਲੱਖ ਨੁਮਾਇੰਦਾ ਬਣਦਾ। ਜੇ ਸਹੀ ਰੂਪ 'ਚ ਚੁਣਿਆ ਹੋਇਆ ਨੁਮਾਇੰਦਾ ਹੋਵੇ, 1 ਲੱਖ ਆਗੂ ਹੈ ਪੰਜਾਬ ਦੇ ਕੋਲ, ਜਿੱਦਣ ਚੁਣਿਆ ਗਿਆ 1 ਲੱਖ ਆਗੂ ਹੋ ਜਾਏਗਾ ਤਾਂ ਪੰਜਾਬ 'ਚ 117 ਨਹੀਂ ਮਿਲਣਗੇ ਉਹਨਾਂ ਨੂੰ ਅੱਗੇ, ਜਿਹੜੇ ਬਿਹਤਰ ਮਿਲ ਜਾਣ ਆਪਣੇ ਆਪਣੇ ਹਲਕੇ ਦੇ, ਆਪਣੇ ਇਲਾਕੇ ਦੇ ਵਿੱਚੋਂ। ਕਿਉਂ ਇਹ ਕਰਪਟ ਬੰਦਿਆਂ ਨੂੰ ਸੱਤਾ ਸੌਂਪੀ ਜਾ ਸਕਦੀ ਹੈ? ਉਹਨਾਂ 'ਚੋਂ 117 ਲੱਭਣੇ ਔਖੇ ਨਹੀਂ ਆ। ਫਿਰ ਜੇ ਉਹਨਾਂ 'ਚੋਂ ਹੀ ਅਗਲਾ ਕਹਿੰਦਾ ਇਲਾਕਿਆਂ 'ਚ ਸਾਡੇ ਹਲਕੇ ਦੇ 100 ਪਿੰਡਾਂ 'ਚੋਂ 100 ਪੰਚਾਇਤਾਂ 'ਚੋਂ ਆਹ ਬੰਦਾ ਚੱਜਦਾ, ਬੀਬੀ ਆ ਜਾਂ ਬੰਦਾ ਜਿਹੜਾ ਸਰਪੰਚੀ ਚੱਜ ਨਾਲ ਕਰ ਰਿਹਾ, ਦਮ ਨਾਲ ਕਰ ਰਿਹਾ, ਇਮਾਨਦਾਰੀ ਨਾਲ ਕਰ ਰਿਹਾ, ਤੇ ਜੇ ਉਹ MLA ਵੀ ਬਣ ਜੂਗਾ ਤਾਂ ਕੀ ਹਰਜ ਹੈ? ਇਹ ਪੰਜਾਬ ਦੀ ਕਿਸਮਤ ਬਦਲ ਸਕਦੀ ਹੈ 1 ਲੱਖ ਲੀਡਰਸ਼ਿਪ ਜਿਹੜੀ ਹੈ। ਪੰਜਾਬ ਦੇ ਵਿੱਚ ਲਗਭਗ 13,000 ਪੰਚਾਇਤਾਂ ਨੇ, 12,700 ਦੇ ਆਸ-ਪਾਸ ਪਿੰਡ ਨੇ। ਕੀ ਤੁਹਾਨੂੰ ਅਧਿਕਾਰ ਪਤਾ ਨੇ ਗ੍ਰਾਮ ਸਭਾ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰ ਪਿੰਡ ਦੇ ਲੋਕਾਂ ਕੋਲ ਹੁੰਦੇ ਨੇ? ਔਰ ਕਾਨੂੰਨ ਇਹ ਵੀ ਹੈ ਕਿ ਗ੍ਰਾਮ ਸਭਾ ਦੇ ਵਿੱਚ 20% ਆਬਾਦੀ ਨੇ ਜੇ ਕੋਈ ਮਤਾ ਪਾਸ ਕਰ ਦਿੱਤਾ ਹੈ ਤਾਂ ਉਸ ਨੂੰ ਪ੍ਰਧਾਨ ਮੰਤਰੀ ਵੀ ਚੈਲੰਜ ਨਹੀਂ ਕਰ ਸਕਦਾ। ਗ੍ਰਾਮ ਸਭਾ ਕਿਉਂ ਬੁਲਾਉਣੀ ਜ਼ਰੂਰੀ ਹੈ ਤੁਹਾਨੂੰ ਇਹ ਵੀ ਵਿਸਥਾਰ ਨਾਲ ਦੱਸਾਂਗੇ। ਦੂਸਰੇ ਪਾਸੇ ਇਹ ਵੀ ਚਰਚਾ ਕਰਾਂਗੇ ਸੂਬੇ ਦੀ ਸਰਕਾਰ ਯਾਨੀ ਕਿ ਪੰਜਾਬ ਦੀ ਸਰਕਾਰ ਗ੍ਰਾਮ ਸਭਾ ਨੂੰ ਕਿੰਨਾ ਪੈਸਾ ਦਿੰਦੀ ਹੈ ਜਾਂ ਪੰਚਾਇਤਾਂ ਨੂੰ ਕਿੰਨਾ ਪੈਸਾ ਗ੍ਰਾਂਟਾਂ ਦੇ ਰੂਪ ਵਿੱਚ ਦਿੰਦੀ ਹੈ। ਜਦੋਂ ਗੱਲ ਹੁੰਦੀ ਹੈ ਸਰਪੰਚ ਦੀ, ਸਰਪੰਚ ਕਹਿੰਦਾ ਵੀ ਸਾਡੇ ਪਿੰਡ ਵਿੱਚ ਗ੍ਰਾਂਟ ਆ ਗਈ, ਉਹ ਪੈਸਾ ਆਉਂਦਾ ਕਿੱਥੋਂ ਹੈ? ਕਾਨੂੰਨ ਪਤਾ ਹੋਣਾ ਚਾਹੀਦਾ ਉਹਦੇ ਹੱਥ ਵਿੱਚ ਪੰਚਾਇਤ ਨੂੰ ਲੈ ਕੇ ਕਿਹੜੇ-ਕਿਹੜੇ ਕਾਨੂੰਨ ਹੈ। ਜੇ ਕੋਈ ਵੀ ਕਾਨੂੰਨ ਜੋ ਪੰਚਾਇਤ ਦਾ ਉਸ ਨੂੰ ਮਨਾ ਕਰਦਾ ਸਰਪੰਚ, ਤਾਂ ਸਰਪੰਚ ਵੀ ਗ੍ਰਾਮ ਸਭਾ ਵਿੱਚ ਸਸਪੈਂਡ ਹੋ ਸਕਦਾ ਹੈ। ਤੁਹਾਨੂੰ ਵਿਸਥਾਰ ਨਾਲ ਦੱਸਾਂਗੇ। ਸ਼ੁਰੂਆਤ ਕਰਾਂਗੇ 1993 ਤੋਂ, ਜਦੋਂ ਪੰਚਾਇਤੀ ਰਾਜ ਕਾਨੂੰਨ ਆਇਆ ਸੀ, ਉਸ ਵਿੱਚ ਕਿਹੜੀਆਂ ਗੱਲਾਂ ਸਨ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ, ਕਿਉਂਕਿ ਇਹ ਗੱਲ ਹੈ ਤੁਹਾਡੇ ਹੱਕ ਦੀ, ਇਹ ਗੱਲ ਹੈ ਪਿੰਡ ਦੀ, ਇਹ ਗੱਲ ਹੈ ਪੰਜਾਬ ਦੀ। ਪੰਜਾਬ ਦੇ ਲੋਕ ਜਿਹੜੇ ਪਿੰਡ ਵਿੱਚ ਨੇ ਉਹ ਕਿਵੇਂ ਹੱਕ ਲੈਣ ਆਪਣਾ ਗ੍ਰਾਮ ਸਭਾ ਵਿੱਚ ਜਾ ਕੇ, ਜਾਂ ਸਰਪੰਚ ਨੂੰ ਕਿਹੜੀਆਂ ਗੱਲਾਂ ਦੇ ਉੱਤੇ ਗ੍ਰਾਮ ਸਭਾ ਨੂੰ ਮੰਨਣਾ ਪੈਣਾ, ਇਸ ਉੱਪਰ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਦ ਸਿੰਘ। ਗੱਲ ਕਰਾਂਗੇ 1993 ਦੀ। ਸਰ ਬਹੁਤ ਸਵਾਗਤ ਤੁਹਾਡਾ। ਜੀ ਮਿਹਰਬਾਨੀ। ਸਰ ਮੈਂ ਪਹਿਲਾਂ ਹੀ ਸਵਾਲ ਹੈ ਕਿ ਤੁਸੀਂ 1993
1994 ਦੇ ਵਿੱਚ ਇੱਕ ਐਕਟ ਆਉਂਦਾ ਪੰਚਾਇਤੀ ਰਾਜ ਕਾਨੂੰਨ। ਆਪਾਂ ਉਸ ਤੋਂ ਸ਼ੁਰੂਆਤ ਕਰਾਂਗੇ। ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ, ਜੇ ਪਿੰਡਾਂ ਦੀ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਉਹਨਾਂ ਦੇ ਅਧਿਕਾਰ ਨੇ। ਗ੍ਰਾਮ ਸਭਾ ਦੀ ਗੱਲ ਕਰ ਲਈਏ, ਸਾਲ ਵਿੱਚ 2 ਵਾਰ ਆਉਣੀ ਪੈਂਦੀ ਹੈ, ਜੇ ਨਹੀਂ ਬੁਲਾਇਆ ਉੱਥੇ ਸਰਪੰਚ ਵੀ ਸਸਪੈਂਡ ਹੋ ਸਕਦਾ ਹੈ। ਗੱਲ ਕਰਾਂਗੇ 1993 ਦੀ। 1993 ਦਾ ਕੀ ਐਕਟ ਸੀ? 1994 ਵਿੱਚ ਜਾ ਕੇ ਇਹ ਕਿਹੜਾ ਐਕਟ ਬਣਿਆ? ਅਸਲ ਦੇ ਵਿੱਚ ਦੇਸ਼ ਦੇ ਵਿੱਚ 2 ਸੰਵਿਧਾਨਕ ਸੋਧਾਂ ਹੋਈਆਂ ਸੀ। ਇੱਕ 73ਵੀਂ ਸੰਵਿਧਾਨਕ ਸੋਧ ਦੇ ਨਾਲ ਯਾਦ ਕੀਤੀ ਜਾਂਦੀ ਹੈ, ਦੂਜੀ 74ਵੀਂ। 73ਵੀਂ ਸੰਵਿਧਾਨਕ ਸੋਧ ਜਿਹੜੀ ਹੈ ਪਿੰਡਾਂ ਲਈ ਸੀ, ਪੰਚਾਇਤੀ ਰਾਜ ਸੰਸਥਾਵਾਂ ਦੇ ਵਾਸਤੇ। ਉਹ 24 ਅਪ੍ਰੈਲ 1993 ਨੂੰ ਨੋਟੀਫਾਈ ਕੀਤੀ ਜਾਂਦੀ ਹੈ। 74ਵੀਂ ਸੋਧ ਜਿਹੜੀ ਸ਼ਹਿਰੀ ਲੋਕਲ ਬਾਡੀਜ਼ ਦੇ ਲਈ ਸੀ। ਔਰ ਉਹ ਵੀ ਇਹ ਦੋਨੋਂ ਸੰਸਥਾਵਾਂ ਨੂੰ ਅਸਲ 'ਚ ਪਹਿਲੀ ਵਾਰ ਇਸ ਦੇਸ਼ ਦੇ ਵਿੱਚ ਸੰਵਿਧਾਨਕ ਦਰਜਾ ਮਿਲਿਆ ਸੀ। ਇਹ ਤੋਂ ਪਹਿਲਾਂ ਉਹ ਨਾਰਮਲੀ ਪੰਚਾਇਤਾਂ ਸੀ ਇੱਕ ਲਾ ਦੇ ਤਹਿਤ, ਪਰ ਇਹ ਸੰਵਿਧਾਨਕ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਹੋ ਗਈਆਂ। ਉਹ ਕਿਉਂਕਿ ਸੰਵਿਧਾਨਕ ਸੋਧ ਦੇ ਵਿੱਚ ਤੋਂ ਬਾਅਦ ਫਿਰ ਇੱਕ ਮਾਡਲ ਐਕਟ ਬਣੇ, ਉਹਦੇ ਤਹਿਤ ਇਹ ਸਟੇਟ ਦਾ ਸਬਜੈਕਟ ਹੈ, ਸੂਬਿਆਂ ਦਾ। ਪੰਚਾਇਤੀ ਰਾਜ ਕਾਨੂੰਨ ਹਰ ਸੂਬੇ ਨੇ ਆਪਣਾ ਬਣਾਇਆ। ਪੰਜਾਬ ਨੇ ਵੀ ਪੰਚਾਇਤੀ ਰਾਜ ਕਾਨੂੰਨ 1994 ਬਣਾਇਆ, ਜਿਹਦੇ ਤਹਿਤ ਉਹ ਸੋਧ ਨੂੰ ਲਾਗੂ ਕਰਨਾ ਸੀ, ਜਿਹਦੇ ਤਹਿਤ ਸਾਰੀ ਫੰਕਸ਼ਨਿੰਗ ਕੰਮ ਕਰ ਚੱਲਦਾ ਸੀ। ਉਹ ਸੋਧ ਦੇ ਵਿੱਚ 4-5 ਬਹੁਤ ਬੁਨਿਆਦੀ ਗੱਲਾਂ ਸੀ ਜਿਹੜੀਆਂ ਪਹਿਲਾਂ ਨਹੀਂ ਸੀ, ਨਵੇਂ ਰੂਪ ਦੇ ਵਿੱਚ ਆਈਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਆਈ ਕਿ ਸਟੇਟਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਅਪੁਆਇੰਟ ਹੋਣੇ ਸ਼ੁਰੂ ਹੋਏ। ਇਹ ਤੋਂ ਪਹਿਲਾਂ ਸਰਕਾਰਾਂ ਹੀ ਚੋਣਾਂ ਕਰਾਉਂਦੀਆਂ ਸੀ, ਸਰਕਾਰਾਂ ਹੀ ਨਾ ਕਰਾਉਂਦੀਆਂ ਸੀ। 10-10 ਸਾਲ ਵੀ ਲੰਘੇ, 16-16 ਸਾਲ ਵੀ ਲੰਘੇ ਚੋਣਾਂ ਨੂੰ। ਇਹਦਾ ਮਤਲਬ ਇਹ ਹੈ ਕਿ ਹਰ 5 ਸਾਲ ਬਾਅਦ ਚੋਣ ਹੋਏਗੀ, ਇਹ ਗਰੰਟੀ ਹੋ ਗਈ। ਦੂਜਾ, ਉਹਦੇ 'ਚ ਜਿਵੇਂ ਕੇਂਦਰ ਸਰਕਾਰ ਦੇ ਵਿੱਚ ਫਾਈਨਾਂਸ ਕਮਿਸ਼ਨ ਹੈ, ਹਰ ਸੂਬੇ ਦਾ ਆਪਣਾ ਫਾਈਨਾਂਸ ਕਮਿਸ਼ਨ ਵੀ ਹੋਏਗਾ। ਮੈਨੂੰ ਨਹੀਂ ਪਤਾ ਵੀ ਸਾਡੇ ਸਟੇਟਾਂ 'ਚ ਹੁਣ ਕੋਈ ਪਤਾ ਹੈ ਕਿਸੇ ਨੂੰ, ਕੋਈ ਸਾਡੇ ਸਟੇਟ ਦਾ ਕਿਹੜਾ ਫਾਈਨਾਂਸ ਕਮਿਸ਼ਨ ਉਹ ਕੀ ਕਰਦਾ, ਕਿੱਥੇ ਹੈਗਾ, ਪਰ ਫਾਈਨਾਂਸ ਕਮਿਸ਼ਨ ਹੈਗੇ ਨੇ ਔਰ ਉਹ ਤੈਅ ਹੋਏ। ਤੀਜੀ ਗੱਲ ਉਹਦੇ 'ਚ ਇਹ ਆਇਆ ਕਿ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਚਾਹੀਦੀ ਹੈ। 50% ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਅਤੇ ਚੇਅਰਮੈਨ ਔਰਤਾਂ ਨੂੰ ਬਣਾਉਣ ਦਾ ਜਿਹੜਾ ਉਹਦੇ 'ਚ ਗੱਲ ਹੋਈ। ਅਤੇ ਉਦੋਂ ਅਗਲੀ ਗੱਲ ਇਹ ਹੋਈ ਕਿ ਲੋਕਾਂ ਦੀ ਪਾਰਟੀਸਪੇਸ਼ਨ ਦੇ ਵਾਸਤੇ, ਲੋਕਾਂ ਨੂੰ ਇੰਪਾਵਰ ਕਰਨ ਵਾਸਤੇ ਇਹ ਜ਼ਰੂਰੀ ਕਰਾਰ ਦਿੱਤਾ ਗਿਆ ਕਿ ਪੰਚਾਇਤੀ ਰਾਜ ਸੰਸਥਾਵਾਂ ਇੰਨੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਉਹਦੇ 3 ਚੀਜ਼ਾਂ ਟਰਾਂਸਫਰ ਕਰਨੀਆਂ ਸੀ। ਪਿੰਡਾਂ ਨਾਲ ਸੰਬੰਧਿਤ 29 ਵਿਭਾਗ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਕਰਨੇ ਸੀ। ਸ਼ਹਿਰਾਂ ਵਾਲੀਆਂ ਦੇ 18 ਡਿਪਾਰਟਮੈਂਟ, ਕਿਉਂਕਿ ਸ਼ਹਿਰਾਂ ਨੂੰ ਡੀਲ 18 ਕਰਦੇ ਨੇ, ਪਿੰਡਾਂ ਨੂੰ 29 ਕਰਦੇ ਨੇ, ਜ਼ਿਆਦਾ ਡਿਪਾਰਟਮੈਂਟ। ਔਰ ਇਸੇ ਨਾਲ ਉਹਦੇ ਨਾਲ ਸੰਬੰਧਿਤ ਕਰਮਚਾਰੀ ਜਿਹੜੇ ਵੀ ਪਿੰਡਾਂ 'ਚ ਕੰਮ ਕਰਨ, ਪੇਂਡੂ ਸੈਟਅਪ ਦੇ ਵਿੱਚ ਜ਼ਿਲ੍ਹਿਆਂ 'ਚ ਜਾਂਦੇ ਨੇ, ਉਹਨਾਂ ਦਾ ਕੰਟਰੋਲ। ਅਤੇ ਤੀਜਾ, ਜਿਹੜੇ ਵੀ ਉਹ ਕੰਮਕਾਜ 'ਤੇ ਜਿੰਨਾ ਪੈਸਾ ਲੱਗਣਾ ਉਹਦਾ ਬਜਟ, ਜਿਹਨੂੰ ਫਾਈਨਾਂਸ ਦੇ ਰੂਪ ਦੇ ਵਿੱਚ 3F ਉਹਨੇ ਕਿਹਾ, ਫਾਈਨਾਂਸ, ਫੰਕਸ਼ਨ ਅਤੇ ਫੰਕਸ਼ਨਰੀ, ਇਹ ਤਿੰਨੋਂ ਟਰਾਂਸਫਰ ਕਰਨੇ ਜ਼ਰੂਰੀ ਨੇ ਉਹ ਸੰਵਿਧਾਨਕ ਸੋਧ ਦੇ ਰਾਹੀਂ। ਹੁਣ ਇਹਦਾ ਅੰਦਾਜ਼ਾ ਲੋਕ ਆਪੋ ਆਪਣੀਆਂ ਸਟੇਟਾਂ 'ਚ ਆਪੋ ਆਪਣਾ ਲਾਉਣਗੇ, ਕਿੰਨੇ ਟਰਾਂਸਫਰ ਹੋਏ, ਕਿੰਨੇ ਨਹੀਂ ਹੋਏ, ਕਿਉਂ ਨਹੀਂ ਹੋਏ, ਉਹਦੇ ਪਿੱਛੇ ਰੀਜਨ ਕੀ ਹੈ। ਇਹ ਅਲੱਗ ਸਵਾਲ ਉਸ ਸਾਰੇ ਮਾਮਲੇ ਦੇ ਵਿੱਚ ਸਾਡੇ ਸਾਹਮਣੇ ਨੇ। ਅਤੇ ਇੱਕ ਉਦੋਂ ਅਗਲਾ 5ਵਾਂ ਜਿਹੜਾ ਸਵਾਲ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਪਿੰਡਾਂ ਦੀ ਜਿਹੜੀ ਗਰਾਸ ਰੂਟ ਲੈਵਲ ਡੈਮੋਕ੍ਰੇਸੀ ਹੈ, ਜਿਹੜੀ ਹੇਠਲੇ ਲੈਵਲ ਦੀ ਜਮਹੂਰੀਅਤ ਹੈ, ਜਮਹੂਰੀਅਤ ਦੀ ਬੁਨਿਆਦੀ ਕੜੀ ਹੈ, ਉਹ ਪਿੰਡ ਹੈ। ਪਿੰਡ ਦੇ ਵਿੱਚ ਫਿਰ ਸਭ ਤੋਂ ਬੁਨਿਆਦੀ ਸੰਸਥਾ ਗ੍ਰਾਮ ਸਭਾ ਹੈ, ਜਿਹਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ, ਪਿੰਡ ਦੀ ਵਿਧਾਨ ਸਭਾ ਵੀ ਕਹਿ ਸਕਦੇ ਹੋ, ਜਿਹਦੇ 'ਚ ਹਰ ਵੋਟਰ ਜਿਹੜਾ ਹੈ ਉਹ ਮੈਂਬਰ ਹੁੰਦਾ। ਜਿਹਦੀ ਵੋਟ ਬਣ ਗਈ 18 ਸਾਲ ਤੋਂ ਉੱਪਰ, ਉਹ ਮੈਂਬਰ ਹੈ। ਪਰ ਪੰਜਾਬ ਦੇ ਵਿੱਚ ਮੈਂ ਬਥੇਰੇ ਲੋਕਾਂ ਨੂੰ ਜਾਣਦਾ ਜਿਹੜੇ ਬਾਰ-ਬਾਰ ਫੋਨ ਕਰਕੇ ਪੁੱਛਦੇ ਨੇ ਅਸੀਂ ਕਿੱਥੇ ਰਜਿਸਟਰਡ ਕਰਾਈਏ ਗ੍ਰਾਮ ਸਭਾ, ਇਹ ਕਿੰਨੇ ਬੰਦਿਆਂ ਦੀ ਬਣਦੀ ਹੈ। ਮਤਲਬ ਅਜੇ 28 ਸਾਲਾਂ ਬਾਅਦ ਸਾਡੇ ਸੂਚਨਾ ਤੱਕ ਨਹੀਂ ਹੈ ਕਿ ਇੱਕ ਸੰਸਥਾ ਹੈ ਜਿਹੜੀ ਸੰਵਿਧਾਨ 'ਚ ਦਰਜ ਹੋ ਗਈ ਹੈ, ਇਹਦੇ ਪਾਵਰ ਤਾਂ ਬਾਅਦ ਦੀ ਗੱਲ ਹੈ ਵੀ ਉਹ ਕਿਹੋ ਜਿਹੀ ਹੈ, ਕਿਵੇਂ ਬਣਦੀ ਹੈ। ਅਤੇ ਇਸੇ ਲਈ ਉਹ ਜਿਹੜੀ ਗ੍ਰਾਮ ਸਭਾ ਹੈ, ਉਹ ਸਾਰੇ ਫੈਸਲੇ, ਜਿਵੇਂ ਕੋਈ ਵੀ ਫੈਸਲਾ ਸੂਬੇ ਦਾ ਵਿਧਾਨ ਸਭਾ ਤੋਂ ਬਿਨਾਂ ਜਿਹੜੇ ਪੈਸੇ ਖਰਚਣੇ ਨੇ ਜਾਂ ਵੱਡੀਆਂ ਯੋਜਨਾਵਾਂ ਨੇ, ਇਸੇ ਤਰ੍ਹਾਂ ਪਾਰਲੀਮੈਂਟ ਦਾ ਪਾਰਲੀਮੈਂਟ ਤੋਂ ਬਿਨਾਂ, ਦੇਸ਼ ਦਾ ਪਿੰਡ ਦਾ ਗ੍ਰਾਮ ਸਭਾ ਤੋਂ ਬਿਨਾਂ ਹੋ ਨਹੀਂ ਸਕਦਾ। ਕੋਈ ਵੀ ਪੈਸਾ ਗ੍ਰਾਮ ਸਭਾ ਤੋਂ ਬਿਨਾਂ ਪਿੰਡਾਂ ਵਿੱਚ ਨਹੀਂ ਖਰਚਿਆ ਜਾ ਸਕਦਾ। ਪ੍ਰੋਜੈਕਟ ਬਣਾਉਣੇ, ਜਿੰਨੀਆਂ ਟੋਟਲ ਸਕੀਮਾਂ ਨੇ ਜਿਹੜੀਆਂ ਚਾਹੇ ਉਹ ਕੇਂਦਰ ਸਰਕਾਰ ਦੀਆਂ ਨੇ, ਸੂਬਾ ਸਰਕਾਰ ਦੀਆਂ ਨੇ, ਉਹਨੂੰ ਜਿਨ੍ਹਾਂ ਨੂੰ ਉਹਦਾ ਫਾਇਦਾ ਮਿਲਣਾ, ਜਿਹਨੂੰ ਲਾਭਪਾਤਰੀ ਕਹਿੰਦੇ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਨੀ, ਉਹਨਾਂ ਦੇ ਨਾਵਾਂ ਦੀ ਕਿਹਨੂੰ ਮਿਲਣੀ ਆ, ਉਹ ਕਿਹਨੂੰ ਨਹੀਂ ਮਿਲਣੀ। ਇਹ ਟੋਟਲ ਕੰਮ ਜਿਹੜੇ ਨੇ ਗ੍ਰਾਮ ਸਭਾ ਦੇ ਕੋਲ ਨੇ ਅਧਿਕਾਰ। ਹਰ ਪਿੰਡ ਦਾ ਹਰ ਸਾਲ ਦਾ ਬਜਟ ਗ੍ਰਾਮ ਸਭਾ ਤੋਂ ਅਪਰੂਵ ਕਰਾਉਣਾ ਜ਼ਰੂਰੀ ਹੈ, ਪਾਸ ਕਰਾਉਣਾ ਜ਼ਰੂਰੀ ਹੈ, ਤਾਂ ਹੀ ਤੁਸੀਂ ਖਰਚ ਕਰ ਸਕਦੇ ਹੋ। ਕਾਨੂੰਨ ਦੇ ਮੁਤਾਬਕ ਗ੍ਰਾਮ ਸਭਾ ਦੇ 2 ਇਜਲਾਸ ਹੋਣੇ ਜ਼ਰੂਰੀ ਨੇ, ਪੱਕੇ। ਚਾਹੇ ਹਰ ਮਹੀਨੇ ਸਪੈਸ਼ਲ ਇਜਲਾਸ ਜਦੋਂ ਮਰਜ਼ੀ ਹੁੰਦੇ ਰਹਿਣ, ਇਹ 2 ਆਮ ਇਜਲਾਸ ਨੇ, ਇੱਕ ਜੂਨ ਦਾ ਮਹੀਨਾ ਅਤੇ ਇੱਕ ਦਸੰਬਰ ਦਾ ਮਹੀਨਾ, ਜਿਹਨੂੰ ਹਾੜੀ ਅਤੇ ਸਾਉਣੀ ਦੇ ਇਜਲਾਸ ਵੀ ਕਿਹਾ ਜਾਂਦਾ।
ਤੇ ਜਿਹੜਾ ਵੀ ਸਰਪੰਚ ਇਹ ਦੋਨੋਂ ਇਜਲਾਸ ਕਰਨ 'ਚ ਅਸਫਲ ਰਹਿੰਦਾ ਹੈ, ਉਹ ਆਟੋਮੈਟਿਕਲੀ ਕਿਸੇ ਨੇ ਆਰਡਰ ਨਹੀਂ ਕਰਨਾ, ਸਸਪੈਂਡ ਹੋ ਜਾਂਦਾ ਹੈ। ਵੀਡੀਓ ਨੇ ਕੇਵਲ ਡੀਡੀਪੀਓ ਨੂੰ, ਡਿਪਟੀ ਡਾਇਰੈਕਟਰ ਨੂੰ ਸੂਚਨਾ ਦੇਣੀ ਹੈ। ਹੁਣ ਅੰਦਾਜ਼ਾ ਤੁਸੀਂ ਪੰਜਾਬ 'ਚ ਲਾਓ ਕਿ ਜਿਹੜੇ ਮਰਜ਼ੀ ਪਿੰਡ 'ਚ ਜਾ ਕੇ ਪੁੱਛੋ, ਤੁਸੀਂ ਗ੍ਰਾਮ ਸਭਾ ਜਾਣਦੇ ਹੋ, ਤੁਹਾਡੇ ਪਿੰਡ ਕਦੇ ਹੁੰਦੀ ਹੈ? ਉਹ ਕਹਿੰਦਾ ਨਹੀਂ। ਫਿਰ ਤੁਸੀਂ ਪੁੱਛਦੇ ਹੋ ਤੁਹਾਡਾ ਸਰਪੰਚ ਕਦੇ ਸਸਪੈਂਡ ਹੁੰਦਾ? ਉਹ ਕਹਿੰਦਾ ਨਹੀਂ। ਪੰਜਾਬ 'ਚ ਤਾਂ ਬਹੁਤੇ ਸਰਪੰਚ ਸਸਪੈਂਡ ਹੋ ਜਾਣੇ ਚਾਹੀਦੇ ਸੀ ਬਾਰ-ਬਾਰ। ਕਿਉਂ ਨਹੀਂ ਹੋ ਰਿਹਾ ਇਹ ਕੰਮ? ਕਿਉਂਕਿ ਸੈਕਟਰੀ ਤੋਂ ਲੈ ਕੇ ਵੀਡੀਓ ਤੋਂ ਲੈ ਕੇ ਹਲਕਾ ਇੰਚਾਰਜ, ਐਮਪੀ, ਐਮਐਲਏ, ਮੰਤਰੀ ਸੰਤਰੀ ਸਭ ਰਲੇ ਹੋਏ ਨੇ। ਕੋਈ ਨਹੀਂ ਚਾਹੁੰਦਾ ਕਿ ਲੋਕ ਐਮਪਾਵਰ ਹੋਣ, ਲੋਕਾਂ ਨੂੰ ਇਹਦਾ ਪਤਾ ਲੱਗੇ, ਉਹ ਤਾਕਤ ਲੋਕ ਆਪ ਵਰਤਣਾ ਸ਼ੁਰੂ ਕਰ ਦੇਣ। ਤੇ ਇਸ ਲਈ ਇਹ ਕਲਿੱਕ ਬਣ ਗਿਆ, ਲੋਕਾਂ ਦੇ ਖਿਲਾਫ ਇੱਕ ਕਲਿੱਕ ਹੈ। ਦੂਜੀ ਗੱਲ ਇਹ ਵੀ ਹੋ ਗਈ ਹੈ ਸਾਡੇ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਅਜੇ ਪਿੰਡਾਂ ਦੇ ਇਤਫਾਕ ਰਾਏ ਨਾਲ ਸਰਪੰਚ ਤੇ ਪੰਚਾਇਤਾਂ ਚੁਣਨੇ ਨਹੀਂ ਲੱਗੇ। ਉਹ ਧੜਿਆਂ ਦੇ ਬਣਦੇ ਨੇ ਸਰਪੰਚ, ਪਾਰਟੀਆਂ ਦੇ ਬਣਦੇ ਨੇ। ਜਿਹੜੀ ਪਾਰਟੀ ਸੱਤਾ 'ਚ ਆ ਜਾਂਦੀ ਹੈ, ਦੂਜਿਆਂ ਦੇ ਕਾਗਜ਼ ਰੱਦ ਕਰ ਦਿੰਦੀ ਹੈ, ਅੱਧਿਆਂ ਦੇ, ਕਦੇ ਕੁਛ ਕਰ ਦਿੰਦੀ ਹੈ, ਕਦੇ ਕੁਛ ਕਰ ਦਿੰਦੀ ਹੈ। ਇਸ ਲਈ ਸਰਪੰਚ ਜਿਹੜੀ ਸੱਤਾ ਆਉਂਦਾ, ਉਹ ਕਹਿੰਦੇ ਵੀ ਐਤਕੀ ਜਿਵੇਂ ਹੁਣ 80% ਕਾਂਗਰਸੀ ਸਰਪੰਚ ਨੇ ਜੀ, ਲੋਕ ਕਹਿਣਗੇ ਜੇ ਕੁਛ ਵੀ ਕਰ ਲਓ। ਜਦੋਂ ਅਕਾਲੀ ਦਲ ਦੀ ਸਰਕਾਰ, ਉਹ ਕਹਿੰਦੇ ਵੀ 80% ਅਕਾਲੀ ਦਲ ਦੇ ਨੇ ਜੀ, ਲੋਕ ਐਂ ਤਾਂ ਨਹੀਂ ਬਦਲ ਜਾਂਦੇ। ਪਰ ਸਰਕਾਰਾਂ ਦਾ ਦਖਲ ਇਸ ਲੈਵਲ ਦਾ ਹੋ ਗਿਆ ਕਿ ਸਾਡਾ ਸਰਪੰਚ, ਜਦ ਸਰਪੰਚ ਧੜੇਬਾਜ਼ ਹੋਊਗਾ, ਇੱਕ ਪਾਰਟੀ ਦਾ ਪ੍ਰਤੀਨਿਧ ਹੋਊਗਾ, ਪਿੰਡ ਦਾ ਨਹੀਂ ਹੋਏਗਾ, ਉਹਦੇ ਨਾਲ ਫਿਰ ਕੀ ਹੁੰਦਾ ਹੈ? ਪਿੰਡਾਂ ਦੇ ਵਿੱਚ ਜਿਹੜੇ ਫਾਇਦੇ ਲੋਕਾਂ ਨੂੰ ਹੋਣੇ ਹੁੰਦੇ ਨੇ ਸਮੁੱਚੇ ਸਮੂਹਿਕ ਪਿੰਡ ਦੇ ਤੌਰ ਤੇ, ਉਹ ਨਹੀਂ ਹੁੰਦੇ। ਉਹ ਕਹਿੰਦਾ ਇਹਨੇ ਮੈਨੂੰ ਵੋਟ ਪਾਈ ਹੈ, ਇਹਨੇ ਮੈਨੂੰ ਵੋਟ ਨਹੀਂ ਪਾਈ, ਇਹਦਾ ਮੈਂ ਨੁਕਸਾਨ ਕਰਨਾ, ਇਹਦਾ ਮੈਂ ਫਾਇਦਾ ਕਰਨਾ। ਜਦੋਂ ਇਹ ਤਰੀਕਾਕਾਰ ਸਟਾਰਟ ਹੋ ਜਾਂਦਾ ਹੈ, ਜਿਹੜੀ ਸੰਸਥਾ ਕੰਮ ਨਹੀਂ ਕਰਦੀ, ਜਿਹੜੀ ਬੁਨਿਆਦੀ ਸੰਸਥਾ ਹੈ, ਤਾਂ ਲੋਕ ਰੁਲਦੇ ਖੁਲਦੇ ਰਹਿੰਦੇ ਨੇ, ਸਕੀਮਾਂ ਆਪਣੀ ਜਗ੍ਹਾ ਕਾਗਜ਼ਾਂ 'ਚ ਚੱਲਦੀਆਂ ਰਹਿੰਦੀਆਂ ਨੇ, ਪ੍ਰੈਕਟੀਕਲੀ ਲੋਕਾਂ ਨੂੰ ਉਹਦਾ ਦਾ ਫਾਇਦਾ ਨਹੀਂ ਹੁੰਦਾ। ਇਹ ਓਵਰਆਲ 73ਵੀਂ ਸੰਵਿਧਾਨਕ ਸੋਧ ਦਾ ਇੱਕ ਮੈਂਡੇਟ ਸੀ। ਸਾਡਾ ਨੰਬਰ ਦੇਸ਼ ਦੇ ਵਿੱਚ 18ਵਾਂ ਆਉਂਦਾ ਇਸ ਸਾਰੇ ਮਾਮਲੇ ਦੇ ਵਿੱਚ। ਅਸੀਂ ਨੰਬਰ 1 ਪੰਜਾਬ ਬਹੁਤ ਹੈ, ਜਿਹੜਾ ਡਿਪਾਰਟਮੈਂਟ ਦੇਣ ਦੇ ਬਾਰੇ 'ਚ, ਪੈਸੇ ਦੇਣ ਦੇ ਬਾਰੇ 'ਚ, ਬਾਕੀ ਸਾਰੇ ਮਾਮਲੇ ਦੇ ਵਿੱਚ। ਜੇਕਰ ਜਿਹੜੇ ਡਿਪਾਰਟਮੈਂਟ ਆਪਾਂ ਦੇਖੀਏ ਜਾਂ ਬਜਟ ਦੇਖੀਏ, ਕਰਨਾਟਕਾ ਦੇ ਵਿੱਚ 40% ਸੂਬੇ ਸਰਕਾਰ ਦਾ ਬਜਟ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਾਂਦਾ ਹੈ। ਅੱਛਾ, ਮੈਂ ਇਸ ਤੋਂ ਹੀ ਆਵਾਂਗਾ। ਹੁਣ ਇਸ ਤੋਂ ਅਗਲਾ ਸਵਾਲ ਹੈ, ਕਿਸੇ ਪਿੰਡ ਦੇ ਵਿੱਚ ਸਰਪੰਚ ਇੱਕ ਔਰਤ ਬਣ ਜਾਂਦੀ ਹੈ, ਲੇਡੀ ਬਣ ਜਾਂਦੀ ਹੈ। ਤੁਸੀਂ ਹੁਣ ਇੱਕ ਜ਼ਿਕਰ ਕਰਦੇ ਸੀ ਸਰਪੰਚ ਪਤੀ ਰਾਜ, ਵੀ ਉਹਦਾ ਤਾਂ ਸਰਪੰਚ ਹੁੰਦੀ ਹੈ, ਪਰ ਉੱਥੇ ਜਾ ਕੇ ਪਤੀ ਹੀ ਆਪਣੀ ਚਲਾਉਂਦਾ, ਸਾਈਨ ਵੀ ਕਰ ਦਿੰਦਾ। ਆਪਾਂ ਨੂੰ ਪਤਾ ਹੈ ਵੀ ਠੀਕ ਹੈ, ਘਰ ਦੇ ਨਹੀਂ ਹੈਗੇ, ਮੈਂ ਸਾਈਨ ਕਰ ਦਿੰਦਾ। ਇਹ ਕਿੰਨਾ ਕੁ ਠੀਕ ਹੈ ਤੇ ਕਿੰਨਾ ਕੁ ਗਲਤ ਹੈ? ਬਿਲਕੁਲ ਇਹ ਠੀਕ ਹੈ। ਇਹ ਤਾਂ ਇੱਕ ਸਟੱਡੀ ਤੇ ਆਧਾਰਿਤ ਹੈ, ਅਧਿਐਨ ਤੇ ਪਰਸੈਪਸ਼ਨ ਨਹੀਂ ਹੈ। ਜਦੋਂ ਇਹਨੂੰ 20 ਸਾਲ ਹੋ ਗਏ ਸੀ 73ਵੀਂ ਸੋਧ ਨੂੰ, ਮਤਲਬ ਤੁਸੀਂ ਦੇਖੋ ਕਿ ਜਦੋਂ 93 ਤੋਂ ਬਾਅਦ 20 ਸਾਲ 2014 ਦੇ ਵਿੱਚ ਇੱਕ ਕਮੇਟੀ ਬਣਾਈ ਸੀ, ਜਿਹੜੀ ਕਮੇਟੀ ਇੱਕ ਪਹਿਲਾਂ ਪੰਚਾਇਤ ਮੰਤਰੀ ਹੁੰਦੇ ਸੀ ਮਨੀ ਸ਼ੰਕਰ ਅਈਅਰ, ਉਹਨਾਂ ਦੀ ਅਗਵਾਈ ਸੀ ਤੇ ਬਾਕੀ ਐਕਸਪਰਟ ਸੀ। ਉਹਨਾਂ ਦੀ ਰਿਪੋਰਟ ਹੈ, ਇੱਕ ਬੜੀ ਵੱਡੀ ਰਿਪੋਰਟ ਹੈ, ਬੜੇ ਮਤਲਬ ਉਹਨਾਂ ਨੇ ਮਿਹਨਤ ਕਰਕੇ ਹਰ ਸੂਬੇ ਦਾ ਇੱਕ ਜਾਇਜ਼ਾ ਲਿਆ। ਤੇ ਪਹਿਲੀ ਗੱਲ ਤਾਂ ਉਹਨਾਂ ਦੀ ਕੋਟੇਸ਼ਨ ਉਹਦੇ 'ਚ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਅਜੇ ਪੰਚਾਇਤੀ ਰਾਜ ਹੀ ਨਹੀਂ ਹੈ, ਕਿਤੇ ਸਰਪੰਚ ਰਾਜ ਹੈ। ਮੈਂਬਰਾਂ ਨੂੰ ਨਹੀਂ ਪੁੱਛਿਆ ਜਾਂਦਾ, ਲੋਕਾਂ ਨੂੰ ਤਾਂ ਪੁੱਛਣਾ ਕੀ ਹੈ? ਹਲਕਾ ਇੰਚਾਰਜ ਵੀਡੀਓ ਨਾਲ, ਸੈਕਟਰੀ ਨਾਲ ਮਿਲ ਕੇ ਕੇਵਲ ਤੇ ਕੇਵਲ ਸਰਪੰਚ ਫੈਸਲੇ ਕਰਦੇ, ਜੋ ਗਲਤ ਹੈ। ਗਲਤ ਹੈ। ਪੰਚਾਇਤ ਫੈਸਲੇ ਕਰਦੀ ਹੈ, ਪੰਚਾਇਤ ਤੋਂ ਵੀ ਅੱਗੇ ਗ੍ਰਾਮ ਸਭਾ ਕਰਦੀ ਹੈ। ਤੇ ਜੇ ਆਪਾਂ ਦੇਖਿਆ ਜਾਏ ਪੰਚਾਇਤ ਦੇ ਵਿੱਚ, ਜੇ ਗ੍ਰਾਮ ਸਭਾ ਨੂੰ ਆਪਾਂ ਪਿੰਡ ਦੀ ਪਾਰਲੀਮੈਂਟ ਕਹਿੰਦੇ ਆ, ਤਾਂ ਪੰਚਾਇਤ ਇੱਕ ਮੰਤਰੀ ਮੰਡਲ ਹੋ ਗਿਆ ਪਿੰਡ ਦਾ। ਪੰਚ ਮੰਤਰੀ ਹੋ ਗਏ ਤੇ ਸਰਪੰਚ ਮੁੱਖ ਮੰਤਰੀ ਹੋ ਗਿਆ ਇੱਕ ਤਰੀਕੇ ਨਾਲ। ਤੇ ਇਹਦਾ ਮਤਲਬ ਉਹਨੂੰ ਐਂ ਫੰਕਸ਼ਨ ਕਰਨਾ ਚਾਹੀਦਾ ਹੈ। ਮੰਤਰੀ ਬਹੁਤ ਫੈਸਲੇ ਨੇ ਜਿਹੜੇ ਕੈਬਨਿਟ ਤੋਂ ਬਿਨਾਂ ਹੋ ਨਹੀਂ ਸਕਦੇ, ਮੰਨ ਲਓ ਜੇ ਚੀਫ ਮਿਨਿਸਟਰ ਵੀ ਚਾਹੇ, ਹੈ ਨਾ, ਜੇ ਚੀਫ ਮਿਨਿਸਟਰ ਇਕੱਲਾ ਹੀ ਕਰੇ ਕੈਬਨਿਟ ਤੋਂ ਬਿਨਾਂ ਤਾਂ ਅੱਧੇ ਫੈਸਲੇ ਨਹੀਂ ਹੋ ਸਕਣਗੇ। ਪਰ ਉਹ ਕਰਦੇ ਕੀ ਨੇ? ਜਿਵੇਂ ਹੁਣ ਸਾਡੇ ਪ੍ਰਧਾਨ ਮੰਤਰੀ ਦੇ ਸਾਹਮਣੇ ਕੋਈ ਮੰਤਰੀ ਨਹੀਂ ਬੋਲ ਸਕਦਾ, ਜਿਵੇਂ ਮੰਤਰੀ ਨਹੀਂ ਬੋਲ ਸਕਦੇ ਚੀਫ ਮਿਨਿਸਟਰ ਦੇ ਸਾਹਮਣੇ, ਉਹਨਾਂ ਮਗਰ ਈਡੀ, ਸੀਬੀਆਈ ਤੇ ਹੋਰ ਵਿਜੀਲੈਂਸ ਹੈਗੀਆਂ ਨੇ। ਉਸੇ ਤਰ੍ਹਾਂ ਪੰਚ ਵੀ ਵਿਚਾਰੇ ਉਹੇ ਜਿਹੇ ਤਰੀਕੇ ਨਾਲ ਬਣਾ ਦਿੱਤੇ ਗਏ ਨੇ, ਕਿਸੇ ਦੇ ਘਰ ਜਾ ਕੇ ਸਾਈਨ ਕਰਾ ਲੈਂਦੇ ਨੇ। ਪੰਚਾਇਤ ਦਾ ਕੋਈ ਵੀ ਮੀਟਿੰਗ ਜੇ ਏਜੰਡਾ ਨੋਟਸ ਕੱਢਣ ਤੋਂ ਬਿਨਾਂ ਹੁੰਦੀ ਹੈ ਤਾਂ ਉਹ ਗੈਰ ਕਾਨੂੰਨੀ ਹੈ। ਪੰਜਾਬ 'ਚ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਵੱਡੇ ਪੱਧਰ ਦੇ ਉੱਤੇ, ਵਿਦਆਊਟ ਏਜੰਡਾ ਮੀਟਿੰਗ ਕੱਢੇ ਤੋਂ। ਇਸੇ ਕਰਕੇ ਉਹ ਜਿਹੜਾ ਪੰਚਾਇਤ ਰਾਜ ਨਹੀਂ ਹੈ, ਸਰਪੰਚ ਰਾਜ ਹੈ। ਫਿਰ ਅਗਲੀ ਗੱਲ ਉਹਨਾਂ ਨੇ ਦੁਬਾਰਾ ਇਹ ਕੀਤੀ ਵੀ ਫਿਰ ਜਿਹੜੀਆਂ ਔਰਤਾਂ 50% ਬਣਦੀਆਂ ਨੇ ਇਸ ਸਾਰੇ ਮਾਮਲੇ ਦੇ ਵਿੱਚ, ਉਹਨੇ ਨਾਲ ਇਹ ਲਿਖਿਆ ਕਿ ਸਰਪੰਚ ਰਾਜ ਤਾਂ ਹੈਗਾ ਹੀ, ਪਰ ਔਰਤਾਂ ਦੇ ਮਾਮਲੇ 'ਚ ਸਰਪੰਚ ਪਤੀ ਰਾਜ ਹੈ। ਕਿਤੇ ਵੀ ਇਹ ਮਾਹੌਲ ਨਹੀਂ, ਬਹੁਤ ਰੇਅਰ ਹੋਊਗਾ ਕਿਤੇ ਜਿਹੜੀ ਔਰਤ ਸਰਪੰਚ ਜਿੱਤ ਗਈ, ਉਹਦੇ ਲਈ ਨਾ ਉਹਨੂੰ ਉਹ ਟ੍ਰੇਨਡ ਕੀਤਾ ਜਾ ਰਿਹਾ, ਨਾ ਉਹਦੇ ਲਈ ਕੋਈ ਮਾਹੌਲ ਬਣਾਇਆ ਜਾ ਰਿਹਾ ਜਿੱਥੇ ਬੈਠ ਕੇ ਉਹ ਆਪਣੀ ਸਰਪੰਚੀ ਕਰੇ, ਸਰਪੰਚ ਦੇ ਰੂਪ 'ਚ ਪ੍ਰੋਜਾਈਡ ਕਰੇ ਪੰਚਾਇਤ ਨੂੰ।
ਉਹਦੀ ਪ੍ਰਧਾਨਗੀ ਕਰੇ, ਉਹਦੇ ਫੈਸਲੇ ਕਰੇ, ਉਹਦੇ ਬਾਕੀ ਜਿੱਥੇ ਕਿਤੇ ਉਹਦਾ ਪਤੀ ਨਹੀਂ ਆ ਕੰਮ ਕਰਨ ਦੇ ਯੋਗ, ਉੱਥੇ ਉਹਦਾ ਬੇਟਾ ਕਰਦਾ ਹੋਊ, ਉਹਦਾ ਸਹੁਰਾ ਕਰਦਾ ਹੋਊ, ਉਹਦਾ ਦਿਓਰ, ਉਹਦਾ ਜੇਠ, ਮਤਲਬ ਮੇਲ ਮੈਂਬਰਾਂ ਦਾ ਹੱਥ ਪੋਜੀਸ਼ਨ ਹੋ ਗਈ ਹੈ ਪੰਚਾਇਤ ਦੇ ਵਿੱਚ। ਇਹ ਕੋਈ ਅਜੇ ਔਰਤਾਂ ਦੀ ਟ੍ਰੇਨਿੰਗ ਦੇ ਸਵਾਲ ਤੇ ਉਹਦੇ ਲਈ ਸਪੇਸ ਥਾਂ ਕ੍ਰੀਏਟ ਕਰਨ ਦੇ ਮਾਮਲੇ 'ਚ, ਉਹਦੀ ਸਿਖਲਾਈ ਦੇ ਮਾਮਲੇ 'ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਰ ਹੁਣ ਗ੍ਰਾਂਟ ਦੀ ਗੱਲ ਕਰੀਏ, ਸਰਪੰਚ ਕੋਲ ਗ੍ਰਾਂਟ ਆ ਜਾਂਦੀ ਹੈ, ਹੁਣ ਪੈਸਾ ਪਿੰਡ ਵਿੱਚ ਲੱਗਣਾ ਕਿੱਥੇ ਹੈ? ਕਿ ਇਹ ਵੀ ਪਿੰਡ ਦੇ ਲੋਕ, ਕਿਉਂਕਿ ਜੇ ਗ੍ਰਾਮ ਸਭਾ ਬੁਲਾਣੀ ਉਹ ਸਾਰੇ ਪਿੰਡ ਦੇ ਲੋਕ ਮੈਂਬਰ ਨੇ ਗ੍ਰਾਮ ਸਭਾ 'ਚ, ਕਿ ਗ੍ਰਾਮ ਸਭਾ ਹੀ ਤੈਅ ਕਰੂਗੀ ਵੀ ਪਿੰਡ ਦਾ ਪੈਸਾ ਕਿੱਥੇ ਲੱਗਣਾ, ਕਿਵੇਂ ਲੱਗਣਾ। ਬਿਲਕੁਲ, ਜਿੰਨਾ ਵੀ ਟੋਟਲ ਪਿੰਡ ਦਾ ਪੈਸਾ ਲੱਗਣਾ ਹੈ, ਇਹ ਆਦਰਸ਼ਕ ਸਿਚੁਏਸ਼ਨ ਹੈ, ਆਈਡੀਅਲ। ਜੇ ਆਦਰਸ਼ਕ ਸਿਚੁਏਸ਼ਨ ਇਹ ਹੁੰਦੀ ਹੈ ਕਿ ਸਾਰੇ ਫੈਸਲੇ ਗ੍ਰਾਮ ਸਭਾ ਨੇ ਤੈਅ ਕਰਨੇ ਔਰ ਗ੍ਰਾਮ ਸਭਾ ਬੈਠ ਕੇ ਸੋਚਦੀ ਹੈ ਪਿੰਡ, ਕਿਉਂਕਿ ਇਹ ਗੱਲ ਆਟੋਮੈਟਿਕਲੀ ਬਹੁਤ ਖੂਬਸੂਰਤ ਇਸੇ ਕਰਕੇ ਹੈ ਕਿ ਦਿੱਲੀ 'ਚ ਬੈਠੇ ਬੰਦੇ ਨੂੰ, ਚੰਡੀਗੜ੍ਹ 'ਚ ਬੈਠੇ ਬੰਦੇ ਨੂੰ ਮੇਰੇ ਪਿੰਡ 'ਚ ਕੀ ਹੋਣਾ ਚਾਹੀਦਾ ਉਹਨੂੰ ਕਿਵੇਂ ਪਤਾ ਹੋਊ। ਇਸੇ ਤਰ੍ਹਾਂ ਜੇ ਪਿੰਡ ਪੂਰਾ ਇਕੱਠਾ ਹੁੰਦਾ ਹੈ ਤਾਂ ਉਹ ਇਕੱਠੇ ਫੈਸਲੇ ਤਾਂ ਹੋਣਗੇ। ਕਿਤੇ ਦਲਿਤ ਵਿਹੜਾ, ਪਿੰਡ ਕਿਹੜਾ ਇੱਕੋ ਜਿਹਾ ਹੈ, ਪਿੰਡ ਦੇ ਵਿੱਚ ਵੀ ਅਲੱਗ-ਅਲੱਗ ਜਾਤਾਂ ਨੇ, ਅਲੱਗ-ਅਲੱਗ ਵਰਗ ਨੇ, ਅਲੱਗ-ਅਲੱਗ ਟਾਈਪ ਦੀਆਂ ਚੀਜ਼ਾਂ ਨੇ। ਜੇ ਸਮੁੱਚਾ ਪਿੰਡ ਬੈਠਾ ਹੋਊਗਾ ਗ੍ਰਾਮ ਸਭਾ ਦੇ ਵਿੱਚ ਤਾਂ ਉਹਨਾਂ ਦੀਆਂ ਚੀਜ਼ਾਂ ਉਹ ਕਰ ਸਕਦੇ ਨੇ। ਜਿਵੇਂ ਇੱਕ ਉਦਾਹਰਨ ਹੈ, ਪਿਛਲੇ ਦਿਨਾਂ 'ਚ ਇੱਕ ਸਟੋਰੀ ਛਪੀ ਕਿ ਗ੍ਰਾਮ ਸਭਾ ਸਾਡੇ ਤਾਂ ਹੋ ਨਹੀਂ ਰਹੀ, ਉੜੀਸਾ ਦੀ ਸਟੋਰੀ, ਮਤਲਬ ਜਿੱਥੇ ਜ਼ਿਆਦਾ ਗ੍ਰਾਮ ਸਭਾਵਾਂ ਹੋ ਰਹੀਆਂ ਨੇ, ਉੱਥੇ ਔਰਤਾਂ ਦਾ ਜਿਹੜਾ ਇਕੱਠ ਹੈ, ਜਿੰਨਾ ਬਜਟ ਸਾਡੇ ਕੋਲ ਹੈ ਉਹਦੇ 'ਚੋਂ ਕੀ ਬਣਨਾ ਚਾਹੀਦਾ, ਤਾਂ ਔਰਤਾਂ ਨੇ ਆ ਕੇ ਉੱਥੇ ਆਪਣੀ ਗੱਲ ਰੱਖੀ ਕਿ ਜਿਹੜਾ ਬਾਕੀ ਤੁਸੀਂ ਕਰਦੇ ਹੋ ਤਾਂ ਠੀਕ ਹੈ, ਸਾਡੇ ਲਈ ਤਾਂ ਜਿਹੜੀਆਂ ਫਲੱਸ ਜਾਣ ਲਈ ਅਸੀਂ ਜਦੋਂ ਬਾਹਰ ਜਾਂਦੇ ਹਾਂ ਉੱਥੇ ਰਾਤ ਦਾ ਹਨੇਰਾ ਹੁੰਦਾ, ਅਸੀਂ ਜਾ ਨਹੀਂ ਸਕਦੀਆਂ, ਸਾਡੀ ਸੁਰੱਖਿਆ ਨੂੰ ਖਤਰਾ ਹੈ, ਪਹਿਲਾਂ ਲਾਈਟਿੰਗ ਕਰਾਓ ਉੱਥੇ, ਪਹਿਲਾ ਪ੍ਰੋਜੈਕਟ ਇਹ ਬਣਨਾ ਚਾਹੀਦਾ। ਮੇਲ ਮੈਂਬਰ ਦੇ ਦਿਮਾਗ 'ਚ ਆ ਨਹੀਂ ਸਕਦੀ ਛੇਤੀ ਕਿਤੇ ਗੱਲ, ਕਿਉਂਕਿ ਜਿਹਦੀ ਪ੍ਰੋਬਲਮ ਹੈ ਉਹੀ ਜਾ ਕੇ ਉੱਥੇ ਰੱਖ ਸਕਦਾ ਨਾ ਉਸ ਸਾਰੇ ਮਾਮਲੇ ਦੇ ਵਿੱਚ। ਗ੍ਰਾਮ ਸਭਾਵਾਂ ਦੇ ਵਿੱਚ ਵੀ ਇਹੀ ਸੈਟਅਪ ਹੁੰਦਾ, ਜਦੋਂ ਸਾਰੇ ਬੈਠੇ ਹੁੰਦੇ ਨੇ ਤਾਂ ਹਰ ਵਰਗ ਆਪਣੀ ਗੱਲ ਦੱਸ ਸਕਦਾ। ਜਿਵੇਂ ਮੈਂ ਪਹਿਲਾਂ ਕਿਹਾ ਕਿ ਹਰ ਸਕੀਮ ਦੀ ਨਿਸ਼ਾਨਦੇਹੀ ਉਹਦੇ ਲਾਭਪਾਤਰੀ ਦੀ ਗ੍ਰਾਮ ਸਭਾ ਨੇ ਕਰਨੀ ਹੈ, ਕਿਉਂਕਿ ਗ੍ਰਾਮ ਸਭਾ ਨਹੀਂ ਬੁਲਾਈ ਜਾਂਦੀ। ਫਿਰ ਉਹ ਕਹਿੰਦੇ ਨੇ ਗ੍ਰਾਮ ਸਭਾ 'ਚ ਤਾਂ ਬੰਦੇ ਨਹੀਂ ਹੁੰਦਾ, ਆਪਾਂ ਪੰਚਾਇਤ ਘਰ ਬੈਠ ਕੇ ਕਰ ਲਓ। ਜਿਹੜੀ ਗੱਲ ਕੁਝ ਬੰਦੇ ਕਰਦੇ ਨੇ ਤੇ ਘਰ ਬੈਠ ਕੇ ਹੁੰਦੀ ਹੈ, ਉਹ 'ਚ ਹੇਰਾ ਫੇਰੀਆਂ ਦੀ ਸੰਭਾਵਨਾ ਵੱਧ ਨੇ ਤੇ ਗਲਤੀਆਂ ਦੀਆਂ ਸੰਭਾਵਨਾਵਾਂ ਵੀ ਵੱਧ ਨੇ। ਜਿਹੜੀ ਜੱਗ ਜ਼ਾਹਰ ਹੁੰਦੀ ਹੈ ਖੁੱਲ੍ਹੇ ਤੌਰ 'ਤੇ ਪਾਰਦਰਸ਼ੀ ਤਰੀਕੇ ਦੇ ਨਾਲ, ਉਹਦੇ 'ਚ ਸੋਧਾਂ ਵੀ ਜਦੇ ਮਤਲਬ ਹੋ ਜਾਂਦੀ ਹੈ। ਮੈਂ ਜਿਵੇਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦੇਵਾਂ ਗ੍ਰਾਮ ਸਭਾ ਦੀ ਆਪਦੇ ਪਿੰਡ ਦੀ, ਮੇਰਾ ਲੁਬਾਣਾ ਪਿੰਡ ਹੈ ਨਾਭੇ ਦੇ ਨੇੜੇ। ਉੱਥੇ ਵੀਡੀਓ ਨੇ ਇੱਕ ਮਤਾ ਪਵਾਤਾ ਕਿ ਸਾਨੂੰ 25 ਏਕੜ ਸਾਮਲਾਟ ਜ਼ਮੀਨ ਚਾਹੀਦੀ ਹੈ ਤੇ 25 ਏਕੜ ਅਸੀਂ ਅਵਾਰਾ ਪਸ਼ੂਆਂ ਦਾ ਬਾੜਾ ਬਣਾਉਣਾ ਹੈ। ਲੋਕਾਂ ਨੂੰ ਲੱਗਿਆ ਕਿ ਇਹ ਗਲਤ ਹੋ ਗਿਆ, ਵੀਡੀਓ ਤੋਂ ਡਰ ਗਏ ਲੋਕ, ਜਿਹਨੂੰ ਸੈਕਟਰੀ ਨੂੰ ਅਫਸਰ ਸਮਝਦੇ ਨੇ ਬੜਾ, ਵੀਡੀਓ ਦੇ ਲਈ ਬੜਾ ਅਫਸਰ ਹੈ ਤੇ ਮੌਕੇ ਤੇ ਨਹੀਂ ਬੋਲਦਾ ਬੰਦਾ ਅਫਸਰ ਦੇ ਸਾਹਮਣੇ, ਪਰ ਗਲਤ ਲੱਗਿਆ ਉਹਨਾਂ ਨੂੰ। ਇਹ ਉਦੋਂ ਤੱਕ ਇਹ ਨਹੀਂ ਸੀ ਪਤਾ ਕਿ ਅਸੀਂ ਫਿਰ ਕਰ ਕੀ ਸਕਦੇ ਹਾਂ। ਜਦ ਉਹਨਾਂ ਨੂੰ ਇਹ ਦੱਸਿਆ ਤੁਹਾਡੇ ਕੋਲ ਤਾਕਤ ਹੈ, ਤੁਸੀਂ ਗ੍ਰਾਮ ਸਭਾ ਬੁਲਾਓ, ਜੇ ਸਰਪੰਚ ਨਹੀਂ ਬੁਲਾਉਂਦਾ ਤਾਂ 20% ਵੋਟਰ ਦਸਤਖਤ ਕਰਾ ਲਓ ਪਿੰਡ ਦੇ 20% ਦੇ, ਤੇ ਦਸਤਖਤ ਕਰਾ ਲਓ, ਅੰਗੂਠੇ ਲਵਾ ਲਓ। ਵੀਡੀਓ ਨੂੰ 1 ਮਹੀਨੇ ਦੇ ਅੰਦਰ ਅੰਦਰ ਗ੍ਰਾਮ ਸਭਾ ਦਾ ਸੈਸ਼ਨ ਬੁਲਾਉਣਾ ਪਊਗਾ। ਉਸ ਦੇ ਵਿੱਚ ਜੋ ਤੁਸੀਂ ਮਤਾ ਪਾਓਗੇ ਪੰਚਾਇਤ ਦੇ ਮਤੇ ਨੂੰ ਤੁਸੀਂ ਉਲਟਾ ਸਕਦੇ ਹੋ। ਤੇ ਉਹ ਬੁਲਾਈ ਗਈ, ਉਸ ਦੇ ਵਿੱਚ ਇਹ ਲਿਖਿਆ ਗਿਆ ਮਤਾ ਕਿ ਜਿਹੜਾ ਵੀਡੀਓ ਪਵਾ ਕੇ ਗਿਆ ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ, ਅਸੀਂ ਇਹਨੂੰ ਨਹੀਂ ਮੰਨਦੇ, ਸਾਡੇ ਕੋਲ ਕੋਈ ਜ਼ਮੀਨ ਨਹੀਂ। ਤੇ ਉਹ ਜ਼ਮੀਨ ਨਹੀਂ ਜਗ ਗਈ, ਜ਼ੋਰ ਲਾ ਲਿਆ DC ਪੱਧਰ ਤੱਕ ਬਾਕੀ ਦੇ ਲੋਕਾਂ ਨੇ, ਕਿਉਂਕਿ ਗ੍ਰਾਮ ਸਭਾ ਦੇ ਮਤੇ ਦੀ ਇਹ ਤਾਕਤ ਹੈ। ਪੰਚਾਇਤ ਦੇ ਮਤੇ ਨੂੰ ਵੀਡੀਓ ਵੀ ਰੱਦ ਕਰ ਸਕਦਾ, ਗ੍ਰਾਮ ਸਭਾ ਦੇ ਮਤੇ ਨੂੰ ਟਾਪ ਚੀਫ ਸੈਕਟਰੀ, ਪ੍ਰਧਾਨ ਮੰਤਰੀ, ਚੀਫ ਮਿਨਿਸਟਰ ਵੀ ਰੱਦ ਨਹੀਂ ਕਰ ਸਕਦਾ। ਜੇ ਉਹ ਗਲਤ ਵੀ ਪੈ ਜੇ ਤਾਂ ਉਹਨੂੰ ਵਾਪਸ ਭੇਜ ਸਕਦੇ ਨੇ ਕਿ ਇਹਨੂੰ ਤੁਸੀਂ ਠੀਕ ਕਰਕੇ ਭੇਜੋ, ਉਹਨੂੰ ਰੱਦ ਕਰਨ ਦਾ ਹੱਕ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਇਸੇ ਤਰ੍ਹਾਂ ਇਹ ਲੋਕਾਂ ਦੀ ਤਾਕਤ ਜਿਹੜੀ ਇੱਕ ਇਸ ਪੱਧਰ ਦੇ ਉੱਤੇ ਬਣਦੀ ਹੈ। ਉਦੋਂ ਬਾਅਦ ਅਗਲੀ ਗ੍ਰਾਮ ਸਭਾ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 5 ਬੰਦੇ ਦੀ ਕਮੇਟੀ ਬਣਾਤੀ, ਜਿਹੜੇ ਬੇਘਰੇ ਨੇ, ਜਿਨ੍ਹਾਂ ਕੋਲ ਘਰ ਨਹੀਂ ਹੈ ਜਾਂ ਜਿਨ੍ਹਾਂ ਨੂੰ ਘਰ ਦੀ ਲੋੜ ਹੈ, ਜਾਂ 5 ਮਰਲੇ ਦੇ ਪਲਾਟਾਂ ਦੀ ਗੌਰਮੈਂਟ ਦੀ ਸਕੀਮ ਹੈ, ਤੁਸੀਂ ਅਰਜ਼ੀਆਂ ਦਿਓ। ਲੋਕਾਂ ਨੇ 218 ਅਰਜ਼ੀਆਂ ਦਿੱਤੀਆਂ। ਗ੍ਰਾਮ ਸਭਾ ਦੇ ਵਿੱਚ 100 ਅਰਜ਼ੀ ਲੋਕਾਂ ਨੇ ਰੱਦ ਕਰਤੀ ਖੜ ਕੇ ਕਿ ਤੇਰੇ ਕੋਲ ਚੰਗਾ ਭਲਾ ਘਰ ਹੈ, ਤੂੰ ਕਿਉਂ ਕਰਦਾ, ਤੇਰੇ ਕੋਲ ਘਰ ਹੈ ਕਿਉਂ ਕਰਦਾ। ਕਿਉਂਕਿ ਇਕੱਠ ਦੇ ਵਿੱਚ ਝੂਠ ਬੋਲਣਾ ਬਹੁਤ ਔਖਾ ਕੰਮ ਹੁੰਦਾ, 4 ਬੰਦਿਆਂ ਨੂੰ ਮਨਾਉਣਾ ਸੌਖਾ ਕੰਮ ਹੁੰਦਾ। ਤੇ 116 ਨੇ, 116 ਮਕਾਨ ਬਣ ਰਹੇ ਨੇ, 18 ਫੁੱਟੀਆਂ ਗਲੀਆਂ ਨੇ, ਔਰ ਸਾਰੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਕਿ ਨਹੀਂ ਬਣਨ ਦੇਣਾ। MLA ਕਹੇ ਮੇਰਾ ਉੱਥੇ ਨੀਂਹ ਪੱਥਰ ਤਾਂ ਲਵਾ ਦਿਓ ਘੱਟੋ ਘੱਟ ਮੇਰੇ ਨਾਮ ਨਾਲ, ਉਹਨੂੰ ਕਹੇ ਤੇਰਾ ਕੋਈ ਕੰਮ ਹੀ ਨਹੀਂ ਹੈ ਭਾਈ, ਇਹ ਪਿੰਡ ਦਾ ਕੰਮ ਹੈ, ਗ੍ਰਾਮ ਸਭਾ ਦਾ ਕੰਮ ਉਹਨੇ ਕਰਤਾ, ਤੇਰਾ ਨੀਂਹ ਪੱਥਰ ਕਾਹਦੇ ਲਈ ਲੱਗੇ। ਇਸ ਕਰਕੇ ਇਹ ਜਿਹੜਾ ਇੱਕ ਸੈਟਅਪ ਹੈ ਲੋਕਾਂ ਨੂੰ, ਜਦੋਂ ਗ੍ਰਾਮ ਸਭਾ ਉਸ ਰੂਪ ਦੇ ਵਿੱਚ ਫੰਕਸ਼ਨ ਕਰਦੀ ਹੈ, ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਮੇਰੀ ਤਾਕਤ ਹੈ, ਤੇ ਉਹ ਜੇ ਤਾਕਤ, ਜੇ ਮੈਨੂੰ ਲੱਗਦਾ ਕਿ ਜਿਹੜੇ ਸਰਪੰਚ ਨੇ, ਜੇ ਉਹਨਾਂ ਨੂੰ ਇਹ ਸਮਝ ਆ ਜੇ ਕਿ ਉਹਨਾਂ ਦੀ ਤਾਕਤ ਗ੍ਰਾਮ ਸਭਾ 'ਚ ਹੈ, ਉਹਨਾਂ ਦੀ ਤਾਕਤ ਉੱਪਰ ਨਹੀਂ ਹੈ। ਜੇ ਉਹ ਸਰਪੰਚ ਸਾਰੇ ਹੀ ਮਤੇ
ਜਿੰਨੇ ਵੀ ਫੈਸਲੇ ਪੰਚਾਇਤ ਕਰਦੀ ਹੈ ਗ੍ਰਾਮ ਸਭਾ ਰਾਹੀਂ ਕਰਾਉਣਾ ਸ਼ੁਰੂ ਕਰ ਦੇ। ਸਰਪੰਚ ਦਾ ਕੋਈ ਬਾਲ ਵੀਗਾ ਨਹੀਂ ਕਰ ਸਕਦਾ ਕੋਈ ਅਫਸਰ, ਕਿਉਂਕਿ ਸਾਰੇ ਪਿੰਡ ਨੂੰ ਨਾ ਕੋਈ ਫਾਂਸੀ ਲਾ ਸਕਦਾ, ਸਾਰੇ ਪਿੰਡ ਨੂੰ ਨਾ ਕੋਈ ਡਰਾ ਸਕਦਾ। ਕੁਝ ਬੰਦਿਆਂ ਨੂੰ ਡਰਾਇਆ ਵੀ ਜਾ ਸਕਦਾ ਤੇ ਖਰੀਦਿਆ ਵੀ ਜਾ ਸਕਦਾ। ਇਸੇ ਕਰਕੇ ਜਿਹੜੀਆਂ ਸਿਆਣੀਆਂ ਪੰਚਾਇਤਾਂ ਹੋਣ, ਜੇ ਸਰਪੰਚ ਹੋਣ, ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਬਹੁਤ ਬਣੇ ਹੋਏ ਨੇ ਸਰਪੰਚ, ਜੇ ਉਹ ਰੀਅਲ ਸੈਂਸ 'ਚ ਚਾਹੁੰਦੇ ਨੇ, ਅਸਲੀ ਅਰਥ 'ਚ ਕਿ ਉਹਨਾਂ ਨੇ ਸੇਵਾ ਕਰਨੀ ਹੈ ਪਿੰਡ ਦੀ, ਵੱਡੇ ਆਗੂ ਬਣਨਾ, ਤਾਂ ਉਹ ਗ੍ਰਾਮ ਸਭਾ ਰਾਹੀਂ ਆਪਣੇ ਫੈਸਲੇ ਕਰਨੇ ਸ਼ੁਰੂ ਕਰ ਦੇਣ। ਕਿਉਂਕਿ ਉਹਦਾ ਜ਼ਿੰਮੇਵਾਰ ਫਿਰ ਜਿਹੜਾ ਮਤਾ ਗ੍ਰਾਮ ਸਭਾ ਨੇ ਪਾਸ ਕੀਤਾ, ਸਰਪੰਚ ਨਹੀਂ, ਫਿਰ ਗ੍ਰਾਮ ਸਭਾ ਹੈ ਜਿਹੜੀ ਆਂਚ ਆਊ ਗ੍ਰਾਮ ਸਭਾ ਤੇ ਆਊ, ਸਰਪੰਚ ਤੇ ਨਹੀਂ ਆਊਗੀ। ਸਰਪੰਚ ਨੂੰ ਜਦੋਂ ਅਸੀਂ, ਜਿਵੇਂ ਮੇਰੇ ਪਿੰਡ ਵਾਲਿਆਂ ਨੇ ਹਦਾਇਤ ਕਰਤੀ ਕਿ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਅਸੀਂ ਨਹੀਂ ਜ਼ਮੀਨ ਦੇਣੀ, ਸਰਪੰਚ ਡੀਸੀ ਜਦੋਂ ਬੁਲਾਉਂਦਾ ਉਹਨੂੰ ਤਾਂ ਕੋਲ ਜਾ ਕੇ ਕਹਿੰਦਾ ਜੀ ਮੈਂ ਕਿਹਦੀ ਮੰਨਾਂ, ਹੁਣ ਤੁਸੀਂ ਦੱਸੋ, ਮੈਂ ਤਾਂ ਵਿੱਚ ਫਸ ਗਿਆ, ਗ੍ਰਾਮ ਸਭਾ ਨੇ ਆਹ ਮਤਾ ਪਾਇਆ, ਤੁਸੀਂ ਇਹ ਮਤਾ ਰੱਦ ਕਰ ਦਿਓ। ਉਹ ਕਹਿੰਦਾ ਅਸੀਂ ਕਿਵੇਂ ਕਰ ਦਈਏ, ਤੂੰ ਕਰਾ ਮਤਾ ਰੱਦ। ਉਹ ਕਹਿੰਦਾ ਵੀ ਸਾਰਾ ਪਿੰਡ ਹੈ, ਮੈਂ ਕਿਵੇਂ ਮਤਾ ਰੱਦ ਕਰ ਸਕਦਾ, ਪਿੰਡ ਨੇ ਤਾਂ ਮੈਨੂੰ ਹੁਕਮ ਕੀਤਾ। ਇਸ ਲਈ ਜੇ ਤੁਸੀਂ ਸੇਵਕ ਬਣਨਾ, ਜੇ ਰੀਅਲ ਆਗੂ ਬਣਨਾ, ਜੇ ਕਿਸੇ ਦੇ ਕਰਿੰਦੇ ਨਹੀਂ ਬਣਨਾ, ਜੇ ਪੰਚਾਇਤਾਂ ਉਵੇਂ ਕੰਮ ਕਰਨ ਲੱਗ ਜਾਣ ਤਾਂ ਬੜੇ ਵੱਡੇ ਪੱਧਰ ਤੇ ਕਾਫੀ ਹੱਦ ਤੱਕ ਲੋਕਾਂ ਦਾ, ਪਿੰਡਾਂ ਦਾ ਸੁਧਾਰ, ਪਿੰਡਾਂ ਦਾ ਪੈਸਾ ਠੀਕ ਜਗ੍ਹਾ ਲੱਗਣਾ, ਲਾਭਪਾਤਰੀ ਸਕੀਮਾਂ ਦਾ ਯੋਗ ਬੰਦਿਆਂ ਨੂੰ ਲਾਭ ਮਿਲਣਾ, ਇਹ ਕਾਫੀ ਹੱਦ ਤੱਕ ਸ਼ੁਰੂ ਹੋ ਸਕਦਾ। ਇਹ ਸਰ ਹੁਣ ਗੱਲ ਕਰੀਏ ਵੀ ਜੇ ਸਰਪੰਚ ਗ੍ਰਾਮ ਸਭਾ ਵਿੱਚ ਨਹੀਂ ਆਉਂਦਾ, ਬਹਾਨੇ ਲਾਉਂਦਾ ਹੈ, ਤੁਸੀਂ ਕਿਹਾ ਵੀ 2 ਗ੍ਰਾਮ ਸਭਾ ਹੋਣੀਆਂ ਲਾਜ਼ਮੀ ਨੇ ਪਿੰਡ ਵਿੱਚ, ਜੇ ਉਸੇ ਗ੍ਰਾਮ ਸਭਾ ਵਿੱਚ ਸਰਪੰਚ ਨਹੀਂ ਆਉਂਦਾ, ਕੀ ਸਰਪੰਚ ਸਸਪੈਂਡ ਹੋ ਸਕਦਾ? ਉਹ 2 ਤਾਂ ਜਿਹੜੀਆਂ ਜੇ ਲਗਾਤਾਰ ਨਹੀਂ ਕਰਾਉਂਦਾ, ਉਹ ਆਉਂਦਾ ਹੀ ਨਹੀਂ ਜੂਨ ਨਾਲ ਤੇ ਦਸੰਬਰ, ਫਿਰ ਤਾਂ ਆਟੋਮੈਟਿਕਲੀ ਸਸਪੈਂਡ ਹੋ ਸਕਦਾ। ਪੰਜਾਬ 'ਚ ਕਿਤੇ ਦਿਖਿਆ ਵੀ ਗ੍ਰਾਮ ਸਭਾ ਨਾ ਹੀ ਹੋਵੇ ਤੇ ਕੋਈ ਵੀ ਸਰਪੰਚ ਪੰਜਾਬ 'ਚ ਸਸਪੈਂਡ ਹੋ ਗਿਆ ਹੋਵੇ? ਉਹ ਕਰਦੇ ਕੀ ਨੇ, ਹੇਰਾ ਫੇਰੀ ਕਾਗਜ਼ਾਂ 'ਚ ਹੁੰਦੀ ਹੈ। ਇਸ ਲਈ ਬਹੁਤ ਜਗ੍ਹਾ ਨਾ ਕੇਸ ਵੀ ਚੱਲਦੇ ਨੇ। ਇਹ ਜਦੋਂ ਤੁਸੀਂ ਜਾਲੀ ਕਰਦੇ ਹੋ ਨਾ, ਅੰਗੂਠੇ ਲਵਾਉਂਦੇ ਹੋ, ਇੱਕ ਫਾਜ਼ਿਲਕਾ ਜ਼ਿਲ੍ਹੇ ਦਾ ਕੇਸ ਹੈ ਤੇ ਉੱਥੇ ਹਾਜ਼ਰੀ ਦਿਖਾਤੀ, ਕਿਉਂਕਿ ਕੁਝ ਸਰਕਾਰੀ ਮੁਲਾਜ਼ਮਾਂ ਦੀ ਵੀ ਹਾਜ਼ਰੀ ਵੀ ਉੱਥੇ ਜ਼ਰੂਰੀ ਹੁੰਦੀ ਹੈ, ਜਿਵੇਂ ਆਂਗਣਵਾੜੀ ਵਰਕਰ, ਫਲਾਨਾ ਧਿਮਕਾ। ਗ੍ਰਾਮ ਸਭਾ ਜਿਹਨੂੰ ਮਰਜ਼ੀ ਸੰਮਣ ਕਰ ਸਕਦੀ ਹੈ, ਜਿਹੜੇ ਉਹਦੇ ਪਿੰਡ ਦੇ ਵਿੱਚ ਕਰਮਚਾਰੀ ਆਉਂਦੇ ਨੇ, ਕਿ ਉਸ ਦਿਨ ਤੁਸੀਂ ਉੱਥੇ ਹਾਜ਼ਰ ਰਹਿਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਜਾਲੀ ਕੀ ਕਰਤਾ ਕਿ ਉਹਨੂੰ 5-7 ਸਾਲ ਹੋ ਗਏ ਸੀ ਉਹ ਬੀਬੀ ਨੂੰ ਮਰੀ ਨੂੰ, ਉਹਨੂੰ ਵੀ ਉੱਥੇ ਪ੍ਰੈਜੈਂਟ ਦਿਖਾਇਆ ਹੋਇਆ। ਸਿੱਧਾ ਕੋਰਟ 'ਚ ਫਸਦੇ ਹੋ ਨਾ ਤੁਸੀਂ, ਉਹ ਜਿਹੜੀ ਚੀਜ਼ ਇਸ ਲੈਵਲ ਤੇ ਦਿਖਾਈ ਗਈ ਹੈ। ਉਹ ਕਰਦੇ ਫਿਰ ਕੀ ਨੇ, ਜਦੋਂ ਪੈਨਸ਼ਨ ਵੰਡਣੀ ਹੈ ਮੰਨ ਲਓ, ਜਾਂ ਕੋਈ ਹੋਰ ਇਹੋ ਜਿਹਾ ਕੰਮ ਕਰਨਾ, ਆਟਾ ਦਾਲ ਦੀ ਵੰਡ ਕਰਨੀ ਹੈ, ਉੱਥੇ ਇੱਕ ਰਜਿਸਟਰ ਰੱਖਿਆ ਹੋਇਆ, ਉਹ ਸੈਕਟਰੀ ਆਪਦੇ ਆਪ ਇੱਧਰ ਉੱਧਰ ਕਰਾ ਲੈਂਦਾ, ਉਹ 'ਤੇ 20-50 ਬੰਦਿਆਂ ਦੇ ਦਸਤਖਤ ਕਰਾ ਲੈਂਦਾ, ਅੰਗੂਠੇ ਲਵਾ ਲੈਂਦਾ, ਉਹ ਕਹਿੰਦਾ ਗ੍ਰਾਮ ਸਭਾ ਹੋ ਗਈ ਹੈ ਜੀ। ਇਹ ਗਲਤ ਹੈ, ਉਹ ਗੈਰ ਕਾਨੂੰਨੀ ਹੈ, ਗਲਤ ਹੈ, 420 ਹੈ। ਇਹ ਸੈਕਟਰੀ ਕੇਸ ਹੋ ਸਕਦਾ? ਹੋਣਾ ਚਾਹੀਦਾ, ਜੇ ਕੋਈ ਕਰੇ, ਮਤਲਬ ਕਰੂਗਾ ਕੌਣ, ਜੇ ਹੁਣ ਅਵੇਅਰਨੈਸ ਹੋਏਗੀ। ਬਾਕੀ ਹੈ ਨਾ, ਤੁਸੀਂ ਮੈਨੂੰ ਪੈਨਸ਼ਨ ਦੇ ਰਹੇ ਹੋ, ਮੇਰਾ ਅੰਗੂਠਾ ਕਿਤੇ ਹੋਰ ਲਵਾ ਰਹੇ ਹੋ, ਮੈਨੂੰ ਬਿਨਾਂ ਦੱਸੇ ਲਵਾ ਰਹੇ ਹੋ, ਤਾਂ 420 ਹੈ ਨਾ, ਇਹ ਹੇਰਾ ਫੇਰੀ ਹੈ। 420 ਦਾ ਪਰਚਾ ਦਰਜ ਹੋਣਾ ਚਾਹੀਦਾ ਨਾ ਕਿ, ਤੇ ਫਰਾਡ ਕਰ ਰਹੇ ਹੋ ਤੁਸੀਂ ਸਾਰੇ ਲੋਕਾਂ ਨਾਲ, ਸਾਰੇ ਪਿੰਡਾਂ 'ਚ ਇਹ ਵਾਪਰ ਰਿਹਾ। ਅਸਲ ਦੇ ਵਿੱਚ ਸਵਾਲ, ਸਭ ਤੋਂ ਬੜਾ ਕੁਐਸਚਨ ਇਹੀ ਹੈ ਕਿ 2 ਇਜਲਾਸ ਨਹੀਂ ਇਕੱਲੇ, ਚਾਹੇ ਤੁਸੀਂ ਹਰ ਮਹੀਨੇ ਵੀ ਇਜਲਾਸ ਕਰ ਸਕਦੇ ਹੋ ਸਪੈਸ਼ਲ, ਇਹ ਆਮ ਇਜਲਾਸ ਨੇ। ਉਹ ਜੇ ਲੋਕ 20% ਆਪਣੇ ਤਰੀਕੇ ਨਾਲ ਕਰਨ ਲੱਗ ਜਾਣ, ਜੇ ਸਰਪੰਚ ਉਸ ਇਜਲਾਸ 'ਚ ਆ ਜਾਂਦਾ ਤਾਂ ਸਰਪੰਚ ਪ੍ਰਧਾਨਗੀ ਕਰਦਾ, ਕਿਉਂਕਿ ਚੁਣਿਆ ਹੋਇਆ ਨੁਮਾਇੰਦਾ। ਜੇ ਉਹ ਨਹੀਂ ਆਉਂਦਾ ਤਾਂ ਜਿਹੜੇ ਮਰਜ਼ੀ ਪੰਚ ਨੂੰ ਤੁਸੀਂ ਪ੍ਰਧਾਨ ਉਸ ਸਮੇਂ ਗ੍ਰਾਮ ਸਭਾ ਵਾਲੇ ਬੰਦੇ ਚੁਣ ਸਕਦੇ ਨੇ। ਉਹਦੀ ਪ੍ਰਧਾਨਗੀ ਆਇਆ ਮਤਾ ਵੀ ਜਾਇਜ਼ ਮਤਾ ਹੈ, ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ ਸਰਪੰਚ ਦੀ ਕੋਈ ਬੁੱਕਤ ਉਹਨੂੰ ਹਟਾ ਨਹੀਂ ਸਕਦੀ, ਉਸ ਮਤੇ ਨੂੰ ਰੱਦ ਨਹੀਂ ਕਰ ਸਕਦੀ। ਜਦੋਂ ਤੁਹਾਨੂੰ ਇਹ ਪਤਾ ਲੱਗੂ ਸਰਪੰਚ ਦਾ ਮਾਮਲੇ ਦੇ ਵਿੱਚ, ਔਰ ਮੈਂ ਤੁਹਾਨੂੰ ਇੱਕ ਕਣਸੂਹਾ ਪਿੰਡ ਆ ਨਾਭੇ ਦੇ ਨੇੜੇ, ਕਣਸੂਹਾ ਖੁਰਦ, ਉੱਥੇ ਜਿਹੜੇ ਬੰਦੇ ਦਲਿਤ ਪਰਿਵਾਰ ਗ੍ਰਾਮ ਸਭਾ ਬੁਲਾਉਣ ਲੱਗ ਗਏ ਤੇ ਸਰਪੰਚ ਦੀ ਧਿਰ ਨੇ ਉਹਨਾਂ ਦੇ ਰੋੜੇ ਮਾਰੇ ਬੈਠਿਆਂ ਦੇ, ਵੀ ਇਹ ਉਲਟਾ ਕੰਮ ਕਰਨ ਲੱਗ ਗਏ। ਕੇਸ ਹੋਇਆ ਦੋਨਾਂ ਧਿਰਾਂ ਤੇ, ਦੋਨਾਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਗ੍ਰਾਮ ਸਭਾ ਕਰ ਰਹੇ ਹਾਂ ਕਾਨੂੰਨੀ ਤੌਰ ਤੇ, ਉਹ ਗੈਰ ਕਾਨੂੰਨੀ ਕਰ ਰਹੇ ਆ। ਅਗਲੀ ਗ੍ਰਾਮ ਸਭਾ 'ਚ ਵੀਡੀਓ ਆਇਆ, ਵੀਡੀਓ ਨੂੰ ਬੁਲਾਇਆ ਗਿਆ, ਵੀਡੀਓ ਤੋਂ ਗ੍ਰਾਮ ਸਭਾ ਨੇ ਬੈਠ ਕੇ ਸਰਪੰਚ ਨੂੰ ਸੰਮਣ ਕਰਾਏ ਤਲਬ ਕਰਨ ਵਾਸਤੇ ਕਿ ਉਹ ਗ੍ਰਾਮ ਸਭਾ ਦੀ ਤੋਹੀਨ ਕਰਦਾ ਤੇ ਉਹ ਆਇਆ ਕਿਉਂ ਨਹੀਂ ਗ੍ਰਾਮ ਸਭਾ ਦੇ ਵਿੱਚ। ਸਰਪੰਚ ਨੇ ਲਿਖਤੀ ਦਿੱਤਾ ਕਿ ਮੇਰੇ ਮਰਗਤ ਹੋ ਗਈ ਸੀ ਰਿਸ਼ਤੇਦਾਰੀ 'ਚ, ਮੈਂ ਤਾਂ ਨਹੀਂ ਆ ਸਕਿਆ। ਪਰ ਉਹ ਬੰਦੇ ਕਹਿੰਦੇ ਵੀ ਮਰਗਤ ਨਹੀਂ, ਇਹ ਘਰ ਬੈਠਾ ਸੀ, ਜਾਣਬੁੱਝ ਕੇ ਨਹੀਂ ਆਇਆ। ਫਿਰ ਚਲੋ ਉਹਨਾਂ ਨੂੰ ਕਿਹਾ ਵੀ ਤੁਸੀਂ ਛੱਡ ਦਿਓ ਇਹ ਕੰਮ, ਆਪਣਾ ਕੰਮ ਸਰਪੰਚ ਦੇ ਖਿਲਾਫ। ਉਹਨੂੰ ਇਹ ਦੱਸਣਾ ਕਿ ਗ੍ਰਾਮ ਸਭਾ ਦੀ ਤਾਕਤ ਹੁੰਦੀ ਹੈ, ਕੱਲ੍ਹ ਨੂੰ ਆਉਣ ਲੱਗ ਜੂ, ਅੱਜ ਕੱਲ੍ਹ ਉਹ ਆ ਰਿਹਾ ਪੂਰੀ ਤਰ੍ਹਾਂ ਉਹ ਸਾਰੇ ਮਾਮਲਿਆਂ ਦੇ ਵਿੱਚ। ਅੱਛਾ ਸਰ, ਹੁਣ ਗੱਲ ਕਰੀਏ 20%, ਯਾਨੀ ਕਿ ਗ੍ਰਾਮ ਸਭਾ ਦੇ ਵਿੱਚ 20% ਜੋ ਲੋਕ ਮਤਾ ਪਾ ਦੇਣਗੇ, ਉਹਨੂੰ ਕੋਈ ਵੀ ਸਰਪੰਚ, BDO ਜਾਂ ਸੈਕਟਰੀ ਉਹਨੂੰ ਪਲਟਾ ਨਹੀਂ ਸਕਦਾ, ਉਹ ਮਤਾ ਫਾਈਨਲ ਮਤਾ ਹੋਊਗਾ? ਬਿਲਕੁਲ, ਉਹ ਮਤਾ ਫਾਈਨਲ ਮਤਾ ਹੈ। ਮੈਂ ਤੁਹਾਨੂੰ ਮਤੇ ਦੀ ਗੱਲ ਦਾ, ਫਾਜ਼ਿਲਕਾ ਦਾ ਪਿੰਡ ਹੈ ਹਸਤਾ ਕਲਾਂ, ਹਸਤਾ ਕਲਾਂ ਪਿੰਡ ਦੇ ਵਿੱਚ ਜਿਹੜਾ ਉੱਥੋਂ ਦਾ MLA ਹੈ ਲੋਕਲ, ਉਹਨੇ 2 ਪੰਚਾਇਤਾਂ ਬਣਵਾਤੀਆਂ, ਕਿਉਂਕਿ ਸਾਡੇ ਨਾ ਬਹੁਤ ਛੋਟੀਆਂ ਪੰਚਾਇਤਾਂ। ਜੇ ਕੇਰਲਾ ਦੀ ਤੇ ਸਾਡੀ ਗੱਲ ਕਰੀਏ, ਕੇਰਲਾ ਦੇ ਵਿੱਚ ਸਾਰੀ 900 ਪੰਚਾਇਤ ਹੈ, ਆਬਾਦੀ ਸਾਡੇ ਜਿੰਨੀ ਹੈ, ਸਾਡੇ 13,000 ਪੰਚਾਇਤ ਹੈ।
ਕਿਉਂਕਿ ਉੱਥੇ ਵੱਡੀਆਂ ਪੰਚਾਇਤਾਂ ਨੇ 10-10 ਪਿੰਡਾਂ ਦੀਆਂ, ਫਿਰ ਉਹ ਪੂਰਾ ਸੈਕਟਰੀਏਟ ਲੱਗਦਾ, ਇੰਨੇ ਉੱਥੇ ਸੈਕਟਰੀ ਬੈਠੇ ਨੇ, ਇੰਨੇ ਪਟਵਾਰੀ ਬੈਠੇ ਨੇ, ਇੰਨੇ ਪੂਰਾ ਇੱਕ ਦਫ਼ਤਰ ਚੱਲਦਾ, ਜਿਵੇਂ ਆਪਾਂ ਸਰਕਾਰੀ ਦਫ਼ਤਰ ਕਹਿ ਰਹੇ ਹਾਂ। ਸਾਡੇ ਤਾਂ ਜਿਹੜਾ ਰਜਿਸਟਰ ਹੈ ਉਹ ਸਰਪੰਚ ਦੇ ਝੋਲੇ 'ਚ ਹੈ ਜਾਂ ਸੈਕਟਰੀ ਦੇ ਝੋਲੇ 'ਚ, ਕਿਤੇ ਦਫ਼ਤਰ ਹੀ ਨਹੀਂ ਹੈ ਜਿੱਥੇ ਬੈਠ ਕੇ ਕੰਮ ਹੋ ਸਕਣਗੇ ਉਹ। ਕਿਉਂਕਿ ਸਾਡੇ ਸਿਆਸਤ ਤੋਂ ਇੰਨੀਆਂ ਪ੍ਰਭਾਵਿਤ ਨੇ ਇਹ ਜਿਹੜੀਆਂ ਚੀਜ਼ਾਂ ਨੇ, ਉਹ ਆਪਣੀ ਜਿੱਥੇ ਉਹਦਾ ਸਰਪੰਚ ਨਹੀਂ ਬਣਨਾ ਦੇਖਦਾ, ਉਹ ਪੰਚਾਇਤਾਂ ਹੀ 2 ਬਣਵਾ ਦਿੰਦਾ। ਜਿਵੇਂ ਆਪਾਂ ਹੁਣੇ ਗੱਲ ਕੀਤੀ ਨਾ, ਪਿੰਡਾਂ 'ਚ 13,000 ਪੰਚਾਇਤ ਤੇ ਪਿੰਡ ਘੱਟ ਨੇ, ਉੱਥੇ ਕੀ ਕੀਤਾ ਕਿ ਉਹਨੇ ਦੂਜੀ ਪੰਚਾਇਤ ਬਣਾਤੀ। ਪਰ ਜਦ ਲੋਕਾਂ ਨੂੰ ਪਤਾ ਲੱਗਿਆ, ਸਾਰਾ ਕੁਝ ਆਰਡਰ ਹੋ ਗਿਆ, ਸਭ ਕੁਝ ਹੋ ਗਿਆ ਸੀ ਕਿ ਇਹ ਤਾਂ ਗਲਤ ਹੋ ਗਿਆ, ਤਾਂ ਲੋਕਾਂ ਨੇ ਗ੍ਰਾਮ ਸਭਾ ਬਣਾਈ, ਐਵੇਂ 20% ਦਸਤਖਤ ਕਰਕੇ ਗ੍ਰਾਮ ਸਭਾ 'ਚ ਮਤਾ ਪਾਇਆ ਕਿ ਅਸੀਂ 2 ਨਹੀਂ ਚਾਹੁੰਦੇ ਪੰਚਾਇਤਾਂ, ਸਾਡਾ ਪਿੰਡ ਇਕੱਠਾ ਰਹਿਣਾ ਚਾਹੀਦਾ। ਤੇ ਉਹ ਚੋਣ ਨਹੀਂ ਹੋਈ ਪਿਛਲੀ 2000 ਜਿਹੜੀ ਇਹਦੇ 'ਚ ਹੋਈ 18 'ਚ ਚੋਣ, ਉੱਥੇ ਚੋਣ ਨਹੀਂ ਹੋਈ ਬਾਵਜੂਦ ਪੰਚਾਇਤ ਬਣਨ ਦੇ। ਉਦੋਂ ਬਾਅਦ ਅੱਗੇ ਵੀਡੀਓ ਦੇ ਮਤਾ, ਵੀਡੀਓ ਤੋਂ ਮਤਾ ਇੱਥੇ ਆ ਗਿਆ ਸੈਕਟਰੀ ਦੇ, ਤੇ ਉਹ ਧਿਰ ਹਾਈ ਕੋਰਟ ਚਲੀ ਗਈ, ਦੂਜੀ ਧਿਰ, ਕਿ ਮਤਾ ਗਲਤ ਹੈ ਤੇ ਸਾਡੇ ਤਾਂ ਪਹਿਲਾਂ ਆਰਡਰ ਹੋ ਚੁੱਕੇ ਨੇ, ਤੇ ਸਾਡੀ ਚੋਣ ਕਿਉਂ ਨਹੀਂ ਕਰਾਈ ਜਾਂਦੀ। ਹਾਈ ਕੋਰਟ ਨੇ ਸੈਕਟਰੀ ਨੂੰ ਆਰਡਰ ਕੀਤਾ ਤੇ ਡਾਇਰੈਕਟਰ ਨੂੰ ਕਿ ਅਕੋਰਡਿੰਗ ਟੂ ਲਾ, ਕਾਨੂੰਨ ਦੇ ਮੁਤਾਬਕ ਕੰਮ ਕਰੋ। ਰੱਦ ਹੋ ਗਈ ਹੈ ਦੂਜੀ ਪੰਚਾਇਤ, ਦੋਨੋਂ ਪਿੰਡ ਸਾਂਝਾ ਪਿੰਡ ਹੈ ਹੁਣ ਇਸ ਸਮੇਂ ਸਾਡੇ ਸਾਹਮਣੇ। ਇਹ ਗ੍ਰਾਮ ਸਭਾ ਦੇ ਮਤੇ ਦੀ ਤਾਕਤ ਹੈ, ਜਿਹੜੀ ਤਾਕਤ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਹੁਣ ਇੱਕ ਤਾਜੀ ਉਦਾਹਰਨ ਜਿਹੜੀ ਇਸ ਤੋਂ ਬਾਅਦ ਦੀ ਹੈ, ਇਹ ਤਾਂ 2018 ਦੀ ਹੈ। ਬੁੱਟਰ ਸਿਵੀਆਂ ਜਿਹੜਾ ਪਿੰਡ ਹੈ, ਜਿੱਥੇ ਰਾਣਾ ਗੁਰਜੀਤ ਜਿਹੜਾ ਸਭ ਬੜੇ ਇੰਪੋਰਟੈਂਟ ਚੀਫ ਮਿਨਿਸਟਰ ਦੇ ਨੇੜੇ ਗਿਣਿਆ ਜਾਂਦਾ, ਤਾਕਤਵਰ ਆਦਮੀ ਹੈ, ਉਹਦੀ ਸ਼ੂਗਰ ਮਿਲ ਹੈ, ਉਹ ਨਾਲ ਸ਼ਰਾਬ ਫੈਕਟਰੀ ਲਾਉਣਾ ਚਾਹੁੰਦਾ। 8 ਪਿੰਡਾਂ ਨੇ ਕਿਹਾ ਕਿ ਸਾਡਾ ਪਾਣੀ ਬਰਬਾਦ ਕਰਤਾ, ਸਾਡੇ 'ਚ ਪੋਲੂਸ਼ਨ ਇੰਨਾ ਜ਼ਿਆਦਾ ਹੋ ਰਿਹਾ, ਅਸੀਂ ਨਹੀਂ ਦਿੰਦੇ। 8 ਪਿੰਡਾਂ ਦੀ ਗ੍ਰਾਮ ਸਭਾ ਹੋਈ। ਉਹ ਮੁੰਡਾ ਮਨਦੀਪ ਧਰਦਿਓ ਹੈ ਜਿਹਨੇ ਅਗਵਾਈ ਕੀਤੀ, ਧਰਦਿਓ ਪਿੰਡ ਤੋਂ। ਧਰਦਿਓ ਪਿੰਡ ਗਦਰੀਆਂ ਦਾ ਪਿੰਡ ਹੈ, ਬੜਾ ਵੱਡਾ ਜਾਣਿਆ ਪਛਾਣਿਆ ਪਿੰਡ ਹੈ। ਤੇ ਉਹ 8 ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੇ ਲਗਭਗ 80% ਤੋਂ ਵੱਧ ਕੰਮ ਹੋਇਆ ਫੈਕਟਰੀ ਦਾ। ਮਜਬੂਰ ਹੋ ਕੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਕੇ ਰੱਦ ਕਰਕੇ ਆਏ ਨੇ, ਉਹ ਰੱਦ ਹੋ ਗਿਆ ਪ੍ਰੋਜੈਕਟ, ਪਿਛਲੇ ਇਸੇ ਮਹੀਨੇ ਦੀ ਗੱਲ ਹੈ। ਇਹ ਗ੍ਰਾਮ ਸਭਾ ਦੀ ਤਾਕਤ ਹੈ। ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਇਹਦਾ ਮਤਲਬ ਪੂਰੇ ਸਮੂਹ ਇਕੱਠ ਹੁੰਦਾ ਉਹਦੇ 'ਚ, ਔਰ ਉਹ ਸੰਗਤੀ ਰੂਪ ਹੈ ਜਿਹੜਾ ਸਾਡੇ ਕਰਨ, ਜਿੱਥੇ ਕਹਿੰਦੇ ਨੇ ਸਾਡੇ ਤਾਂ ਕਲਚਰ 'ਚ ਵੀ ਇਹ ਹੈ ਨਾ ਕਿ ਗੁਰੂ 20 ਵਿਸਵੇ ਸੰਗਤ 21 ਵਿਸਵੇ, ਸੰਗਤ ਨੂੰ ਉਦੋਂ ਵੱਡਾ ਰੂਪ ਗੁਰੂ ਨੇ ਵੀ ਦਿੱਤਾ। ਤਾਂ ਇਹ ਸੰਗਤ ਜਿੰਨਾ ਚਿਰ ਪਿੰਡ 'ਚ ਬੈਠਣਾ ਸ਼ੁਰੂ ਨਹੀਂ ਕਰਦੀ, ਜੇ ਬੈਠਣਾ ਸ਼ੁਰੂ ਕਰਦੇ ਤਾਂ ਛੋਟੇ-ਮੋਟੇ ਲੀਡਰ, ਛੋਟੇ-ਮੋਟੇ ਅਫਸਰ, ਜੇ ਉਹ ਜਿਵੇਂ ਅੱਜ ਕੱਲ੍ਹ ਕਿਸਾਨ ਅੰਦੋਲਨ ਦੇ ਸਾਹਮਣੇ ਸਾਰੀਆਂ ਪਾਰਟੀਆਂ ਨਤਮਸਤਕ ਸੀ ਨਾ ਵੀ ਸਾਨੂੰ ਟਾਈਮ ਕਦੋਂ ਦਿਓਗੇ, 2 ਘੰਟੇ ਵੇਟ ਕਰਨੀ ਪਈ ਹੈ। ਜੇ ਗ੍ਰਾਮ ਸਭਾਵਾਂ ਐਵੇਂ ਲੱਗ ਜਾਣ ਤਾਂ ਸਾਰੇ ਵਰਕਰਾਂ ਨੂੰ, ਅਫਸਰਾਂ ਨੂੰ ਪਿੰਡ 'ਚ ਵੜਨ ਵੇਲੇ ਪੁੱਛ ਕੇ ਜਾਣਾ ਪਿਆ ਕਰੂਗਾ ਕਿ ਤੁਹਾਡੀ ਕੀ ਰਾਏ ਹੈ, ਮੈਂ ਆ ਸਕਦਾ ਜਾਂ ਨਹੀਂ ਆ ਸਕਦਾ। ਇਹ ਡੈਮੋਕ੍ਰੇਸੀ ਹੈ, ਇਹ ਜਮਹੂਰੀਅਤ ਹੈ ਅਸਲ ਦੇ ਵਿੱਚ। ਉਸ ਜਮਹੂਰੀਅਤ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣ ਦਾ ਸਵਾਲ ਹੈ। ਇਹ ਪੰਚਾਇਤੀ ਰਾਜ ਸੰਸਥਾ ਦਾ ਸਵਾਲ ਹੈ ਅਸਲ 'ਚ ਸਾਰਿਆਂ 'ਚ। ਇਹੀ 18 ਡਿਪਾਰਟਮੈਂਟ ਲੋਕਲ ਬਾਡੀ ਦੇ ਸਵਾਲ ਨੇ ਜੇਕਰ ਜਾਏ। ਔਰ ਪਰ ਇਹ ਕਦੇ ਵੀ ਚੋਣ ਏਜੰਡਾ ਨਹੀਂ ਬਣੂਗਾ ਤੁਹਾਡੇ ਸਾਹਮਣੇ। ਮੈਂ ਉੱਥੇ ਆਉਣਾ ਪਰ ਉਸ ਤੋਂ ਪਹਿਲਾਂ ਇੱਕ ਸਵਾਲ ਹੈ, ਪਿੰਡਾਂ ਦੇ ਵਿੱਚ ਗ੍ਰਾਂਟਾਂ ਦੀ ਗੱਲ ਕਰੀਏ, ਮੈਂ ਜਿਵੇਂ ਸ਼ੁਰੂਆਤ ਕੀਤੀ ਸੀ, ਪਿੰਡਾਂ ਵਿੱਚ ਗ੍ਰਾਂਟਾਂ ਜਾਂਦੀਆਂ ਕਿਵੇਂ ਨੇ? ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਹੁੰਦਾ ਹੈ, ਜਾਂ ਪੰਜਾਬ ਸਰਕਾਰ ਆਪਣੇ ਟੈਕਸ ਵਿੱਚੋਂ ਪਿੰਡ ਵਿੱਚ ਕਿੰਨੇ ਕੁ ਗ੍ਰਾਂਟਾਂ ਦਿੰਦੇ ਨੇ? ਉਹ ਜੇ ਪਿੰਡ ਵਿੱਚ ਪੈਸਾ ਜਾ ਰਿਹਾ, ਉਹ ਪੈਸਾ ਕਿੱਥੋਂ ਆਉਂਦਾ? ਕੇਂਦਰ ਸਰਕਾਰ ਦਿੰਦੀ ਹੈ ਕਿ ਸੂਬਾ ਸਰਕਾਰ? ਅਸਲ ਦੇ ਵਿੱਚ ਜਿਹੜੀ ਇਹ ਸੋਧ ਹੈ 73ਵੀਂ ਜਾਂ ਪੰਚਾਇਤੀ ਰਾਜ ਕਾਨੂੰਨ ਹੈ, ਉਹ ਤਾਂ ਤੁਹਾਡੇ ਸਾਹਮਣੇ ਇਹ ਚਾਹੁੰਦਾ ਵੀ ਪੂਰੇ ਦਿਓ। ਘੱਟੋ ਘੱਟ 33% ਬਜਟ ਤਾਂ ਜਾਣਾ ਹੀ ਚਾਹੀਦਾ। 62% ਆਬਾਦੀ ਹੈ ਪਿੰਡਾਂ 'ਚ ਰਹਿ ਰਹੀ। ਜੇ ਵੈਸੇ ਤਾਂ ਆਬਾਦੀ ਦੇ ਲਿਹਾਜ਼ ਨਾਲ ਮੇਰਾ ਖਿਆਲ ਹੈ ਜਸਟਿਸ ਤਾਂ ਇਹ ਹੁੰਦਾ, ਇਨਸਾਫ ਤਾਂ, ਕਿ ਆਬਾਦੀ ਦੇ ਲਿਹਾਜ਼ ਨਾਲ ਤੁਸੀਂ ਬਜਟ ਵੰਡੋ। ਜੇ ਸ਼ਹਿਰ 'ਚ ਜਿੰਨਾ ਸ਼ਹਿਰ ਦਾ ਵੰਡ ਦਿਓ, ਜਿੰਨਾ ਪਿੰਡਾਂ ਦਾ ਵੰਡ ਦਿਓ। ਪਰ ਸਾਡੇ ਨਹੀਂ ਹੈ। ਜੇ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਕਿ ਕਰਨਾਟਕਾ 'ਚ 40% ਬਜਟ ਸਟੇਟ ਦਾ ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ ਜਾਂਦਾ। ਕੇਰਲਾ 'ਚ 23% ਬਜਟ ਸਟੇਟ ਦਾ ਸਿੱਧਾ ਪੰਚਾਇਤੀ ਰਾਜ ਸਾਡੇ 5 ਨਹੀਂ ਗਈ, ਨਾ ਪਹਿਲੇ ਅਕਾਲੀ ਰਾਜ 'ਚ, ਨਾ ਇਸ ਅਮਰਿੰਦਰ ਸਿੰਘ ਦੇ ਰਾਜ 'ਚ 5 ਪੈਸੇ ਨਹੀਂ ਗਏ। ਔਰ ਹੁਣ KR ਲਖਣਪਾਲ ਜਿਹੜੇ ਪਹਿਲਾਂ ਚੀਫ ਸੈਕਟਰੀ ਸੀ, ਇਹ ਸਟੇਟ ਦੇ ਫਾਈਨਾਂਸ ਕਮਿਸ਼ਨ ਦੇ ਮੁਖੀ ਬਣੇ ਨੇ। ਉਹਨਾਂ ਨੇ ਅੰਤਰਮ ਰਿਪੋਰਟ ਸੌਂਪੀ ਆ, 2 ਮਹੀਨੇ ਹੋਏ ਨੇ। ਉਹਨਾਂ ਨੇ ਰਿਕਮੈਂਡ ਕੀਤਾ ਵੀ 4% ਤਾਂ ਦੇ ਦਿਓ ਬਾਬਾ, 4% ਜਿੰਨਾ ਤੁਹਾਡਾ ਟੋਟਲ ਰੈਵਨਿਊ ਹੈ ਉਹ 'ਚੋਂ 4% ਦੇ ਦਿਓ ਪਿੰਡ ਨੂੰ। 62% ਆਬਾਦੀ ਲਈ ਕੋਈ ਪੈਸਾ ਨਹੀਂ, ਜੋ ਮਰਜ਼ੀ ਇਹ ਕਹੀ ਜਾਣ ਅਸੀਂ ਪਿੰਡਾਂ 'ਚੋਂ ਆਉਂਦੇ ਹਾਂ, ਅਸੀਂ ਪਿੰਡਾਂ ਦੇ ਬੰਦੇ ਹਾਂ, ਪਿੰਡਾਂ ਨਾਲ ਮੋਹ ਹੈ ਸਾਡਾ ਮੁਹੱਬਤ ਹੈ। ਪਰ ਫਿਰ ਉਹ ਚੱਲਦਾ ਕਿੱਥੋਂ? ਲੋਕ ਇਹ ਕਹਿੰਦੇ ਨੇ ਫਿਰ ਕਿੱਥੋਂ ਆਵੇ, ਕੀ ਹੈ ਜੀ? ਪਿੰਡਾਂ ਨੂੰ ਪੈਸਾ ਇੱਕ ਤਾਂ ਉਹ ਜਾ ਰਿਹਾ ਜਿਹੜਾ 14ਵੇਂ ਫਾਈਨਾਂਸ ਕਮਿਸ਼ਨ ਦਾ ਬਕਾਇਆ ਸੀ ਤੇ 15ਵੇਂ ਫਾਈਨਾਂਸ ਕਮਿਸ਼ਨ ਦੀ ਪਹਿਲੀ ਕਿਸ਼ਤ ਹੈ। ਉਹ ਹਰ ਪਿੰਡ ਦੇ ਪੰਚਾਇਤ ਨੂੰ ਵੀ ਪਤਾ ਹੋਣਾ ਚਾਹੀਦਾ ਤੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ। ਉਹ ਸਿੱਧੀ ਗਵਰਨਮੈਂਟ ਆਫ ਇੰਡੀਆ ਤੋਂ 606 ਰੁਪਏ ਪਰ ਹੈਡ, ਜਿਹੜਾ ਬੱਚੇ ਨੇ ਐਤਕੀ ਦੇ ਫਾਈਨਾਂਸ਼ੀਅਲ ਸਾਲ ਤੋਂ ਪਹਿਲਾਂ ਜਨਮ ਲੈ ਲਿਆ, ਮਤਲਬ 1 ਅਪ੍ਰੈਲ ਤੋਂ ਪਹਿਲਾਂ ਜਨਮ ਲੈ ਲਿਆ ਇਸ ਸਾਲ ਦੇ ਵਿੱਚ, ਉਹਦੇ ਹਿੱਸੇ ਦਾ ਵੀ 606 ਰੁਪਏ ਹਰ ਪਿੰਡ ਨੂੰ ਜਾਣਾ ਪਰ ਹੈਡ।
ਜਿਹੜੇ ਪਿੰਡ ਦੀ ਆਬਾਦੀ 1000 ਹੈ ਉਹਨੂੰ 6 ਲੱਖ ਰੁਪਇਆ ਜਾਣਾ, ਜਿਹਦੀ 2000 ਉਹਨੂੰ 12 ਲੱਖ ਰੁਪਇਆ ਜਾਣਾ, ਜਿਹਦੀ 5000 ਹੈ ਉਹਨੂੰ ਤੁਸੀਂ 30 ਲੱਖ ਰੁਪਇਆ ਜਾਣਾ, ਜਿਹਦੀ 10000 ਉਹਨੂੰ 60 ਲੱਖ ਰੁਪਇਆ ਜਾਣਾ ਹੀ ਜਾਣਾ। ਜੇ ਸੂਬਾ ਸਰਕਾਰ ਉਹਨੂੰ ਲੇਟ ਕਰਦੀ ਹੈ ਤੈਨੂੰ ਵਿਆਜ ਦੇਣਾ ਪੈਂਦਾ। ਪਹਿਲਾਂ ਕਿੰਨਾ ਵਿਆਜ ਦਿੱਤਾ? 81 ਕਰੋੜ ਰੁਪਇਆ ਪਿੱਛੇ ਦੇ ਕੇ ਹਟੇ ਨੇ ਵਿਆਜ, ਕਿਉਂਕਿ ਇਹਨਾਂ ਨੇ ਭੇਜਿਆ ਨਹੀਂ ਟਾਈਮ ਤੇ, ਪਿਛਲੀ ਕਿਸ਼ਤ ਰੋਕੀ ਰੱਖੀ। ਪਿੰਡ ਨੂੰ ਪੈਸੇ ਟਾਈਮ ਤੇ ਪਹੁੰਚੇ ਨਹੀਂ ਕੇਂਦਰ ਸਰਕਾਰ ਦੇ। ਪਹੁੰਚੇ ਉਹ ਵੀ ਉਹ ਪੈਸਾ ਜਿਹੜਾ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ, ਜਿਹਦੇ ਨਾਲ ਇੱਕ ਤਾਂ ਉਹ ਪੈਸਾ ਜਾਂਦਾ ਪਿੰਡ 'ਚ, ਦੂਜਾ ਜਿਹੜਾ ਪੈਸਾ ਮਨਰੇਗਾ ਦਾ ਮਟੀਰੀਅਲ ਬਜਟ ਹੈ, ਕਿਉਂਕਿ ਮਨਰੇਗਾ 'ਚ ਜਿੰਨਾ ਦਿਹਾੜੀ ਤੇ ਖਰਚ ਹੁੰਦਾ ਉਹਦਾ 40% ਮਟੀਰੀਅਲ ਲਾਗਤ ਰਹਿੰਦੀ ਹੈ। ਜਿੰਨੇ ਪਿੰਡਾਂ 'ਚ ਟਾਈਲਾਂ ਟੂਲਾਂ ਲੱਗਦੀਆਂ ਨਜ਼ਰ ਆ ਰਹੀਆਂ ਨੇ ਜਾਂ ਪਾਰਕ ਪੂਰਕ ਜਾਂ ਟੋਬੇ ਦੀ ਸਫਾਈ, ਇਹ ਸਾਰਾ ਮਨਰੇਗਾ ਦਾ ਖਰਚਾ ਹੈ, ਇਹਨਾਂ ਕੋਲੋਂ ਕੁਝ ਨਹੀਂ ਜਾਂਦਾ। ਤੀਜਾ ਆਮਦਨ ਜਿਹੜੀ ਮਾੜੀ ਮੋਟੀ ਹੈ ਉਹ ਹੈ ਪਿੰਡਾਂ ਦੀ ਪੰਚਾਇਤਾਂ ਦੀ ਬੋਲੀਆਂ ਦੀ। ਸ਼ਾਮਲਾਟ ਜ਼ਮੀਨਾਂ, ਸ਼ਾਮਲਾਟ ਜ਼ਮੀਨ ਜਿਹੜੀ ਠੇਕੇ ਤੇ ਲਗਭਗ 1,15,000 ਏਕੜ ਜ਼ਮੀਨ ਜਿਹੜੀ ਠੇਕੇ ਤੇ ਚੜ੍ਹਦੀ ਹੈ, ਉਹਦੇ ਚੋਂ 35,000 ਏਕੜ ਦੱਬੀ ਹੋਈ ਆ ਬੰਦਿਆਂ ਨੇ, ਜਿਹੜੀ ਛਡਾਈ ਨਹੀਂ ਜਾ ਰਹੀ ਹੈ। ਜੇ ਉਹ ਸਰਸੂਖ ਵਾਲੇ ਬੰਦੇ ਨੇ ਜਿਨ੍ਹਾਂ ਨੇ ਜ਼ਿਆਦਾ ਦੱਬੀ ਹੋਈ ਹੈ। ਔਰ ਇਹ 1,15,000 ਏਕੜ ਦੇ ਵਿੱਚੋਂ ਵੀ ਲਗਭਗ 300 ਕਰੋੜ ਰੁਪਏ ਦੀ ਬੋਲੀ ਔਸਤਨ ਹੋ ਜਾਂਦੀ ਹੈ ਸਾਲ 'ਚ। ਸੂਬਾ ਸਰਕਾਰ ਕੀ ਕਰਦੀ ਹੈ? ਉਹਨਾਂ ਨੂੰ ਦੇਣ ਦੀ ਬਜਾਏ ਪਹਿਲਾਂ 20% ਸੀ, ਹੁਣ 30% ਕਰਤਾ, ਉਹ ਤੋਂ ਲੈ ਆਉਂਦੀ ਹੈ, ਉਹਦਾ ਖਜ਼ਾਨਾ ਲੁੱਟ ਲਿਆਉਂਦੀ ਹੈ। ਇਹ ਉਹਦੇ ਤੋਂ ਬਿਨਾਂ ਜਿਹੜਾ DDPO BDP ਉਹਨਾਂ ਦੀ ਬੋਲੀ ਦੇ ਵਿੱਚ ਬੋਲੀ ਕਰਾਉਣ ਗਏ ਪੈਸੇ ਚੱਕ ਲਿਆਉਂਦੇ ਨੇ। ਇਹੋ ਜਿਹੀਆਂ ਰਿਪੋਰਟਾਂ ਵੀ ਨੇ ਕਿ ਜਿਹੜੀ ਰਿਕਾਰਡ ਤੇ ਨਹੀਂ ਚੜ੍ਹਦਾ ਪੈਸਾ, ਜਿੰਨੇ ਤੇ ਉਹ ਚੜੀ ਉਹਨੂੰ ਕਹਿੰਦੇ ਨੇ ਚੱਕ ਲਿਆਏ, ਉਹਦੇ ਚੋਂ ਥੈਲੀ ਭਰ ਲਿਆਏ ਤੇ ਕਹਿੰਦੇ ਨੇ ਇਹਨੂੰ ਘੱਟ ਵੱਧ ਕਰਕੇ ਇੱਥੇ ਰਸੀਦਾਂ 'ਚ ਮੈਨੇਜ ਕਰ ਦਿਓ। ਇਹ ਹਾਲਤ ਹੈ ਕਰਪਸ਼ਨ ਦੀ। ਇਹ ਉੱਪਰ ਤੱਕ ਜਾਂਦਾ, ਮਿਨਿਸਟਰੀ ਤੱਕ, ਹੇਠਾਂ ਤੱਕ ਨਹੀਂ ਹੈ। ਇਕੱਲਾ ਵੀਡੀਓ ਦੀ ਔਕਾਤ ਨਹੀਂ ਹੈ ਕਿ ਉਸ ਪੱਧਰ ਦੇ ਉੱਤੇ ਉਹ ਇਕੱਲਾ ਰੱਖ ਜੇ। ਇਸੇ ਮਾਮਲੇ ਦੇ ਵਿੱਚ ਫਿਰ ਇਹ ਕੋਈ ਤੁਸੀਂ ਸੁਣਿਆ ਕਦੇ ਸ਼ਹਿਰ 'ਚ ਵਾਪਰ ਸਕਦਾ ਕਿ ਮੇਰਾ ਪਿੰਡ ਦਾ ਪੈਸਾ ਹੈ, ਗੌਰਮੈਂਟ ਦੇ ਮੁਲਾਜ਼ਮ ਨੇ ਮੇਰੇ ਤੋਂ ਪੈਸਾ ਲੈ ਜਾਣ ਕੇ ਗੌਰਮੈਂਟ ਸੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ? ਬਾਈਟ 'ਚ ਉਹਨਾਂ ਦਾ ਹਿੱਸਾ ਕਿੱਥੇ ਗਿਆ? ਜੇ 300 ਕਰੋੜ ਰੁਪਏ ਦਾ 300 ਕਰੋੜ ਰੁਪਏ ਦੇ ਵਿੱਚੋਂ ਤੁਸੀਂ 30% ਲਾ ਲਓ, ਲਗਭਗ 90-95 ਕਰੋੜ ਤੁਸੀਂ ਉਹ ਲੈ ਆਉਂਦੇ ਹੋ ਸਾਲ ਦਾ। ਸ਼ਾਮਲਾਟ ਜ਼ਮੀਨਾਂ 'ਚੋਂ ਜੋ ਵੀ ਪੈਸੇ ਮਿਲਦੇ ਦਾ ਪੈਸਾ ਹੈ ਜੋ ਪਿੰਡਾਂ ਦੇ ਲੋਕਾਂ ਦੇ ਵਿਕਾਸ ਤੇ ਲੱਗਣਾ ਹੈ, ਉਹ ਤੁਸੀਂ ਲੈ ਕੇ ਆ ਜਾਂਦੇ ਹੋ। ਔਰ ਇਹਦੇ ਖਿਲਾਫ ਕੋਈ ਪੰਚ ਸਰਪੰਚ ਵੱਡੇ ਪੱਧਰ ਤੇ, ਮੈਨੂੰ ਇਹ ਲੱਗਦਾ ਕਿ ਉਹ ਬੋਲ ਤਾਂ ਨਹੀਂ ਸਕਦੇ। ਇੱਕ ਤਾਂ ਉਹਨਾਂ ਦੀ ਯੂਨਿਟੀ ਨਹੀਂ ਹੈਗੀ, ਇੱਕ ਤਾਂ ਉਹਦੇ 'ਚ ਇਹ ਰੀਜਨ ਹੈ ਕਿ ਉਹਨਾਂ ਨੂੰ ਪਹਿਲੇ ਦਿਨਾਂ ਤੋਂ ਹੀ ਕਰਪਟ ਕਰ ਦਿੱਤਾ ਜਾਂਦਾ ਕਿਸੇ ਨਾ ਕਿਸੇ। ਹਾਲਾਂਕਿ ਸਰਪੰਚਾਂ ਨੂੰ ਕੁਝ ਨਹੀਂ ਮਿਲਦਾ, ਜ਼ਿਆਦਾ ਉੱਪਰ ਹੀ ਮਿਲਦਾ। ਜਿਹੜੇ ਬਿੱਲ ਪਵਾਏ ਜਾਂਦੇ ਨੇ, ਮੰਨ ਲਓ ਭੱਠੇ ਦੀਆਂ ਇੱਟਾਂ ਨੇ, ਰੂਲ ਕਿਵੇਂ ਉਹਨੂੰ ਕਰਪਟ ਕਰਦੇ ਨੇ। ਭੱਠੇ ਦੀ ਕੋਈ ਇੱਟ ਦਾ ਜਿਹੜਾ ਅੱਜ ਰੇਟ ਹੈ, ਤੁਸੀਂ ਕਹਿੰਦੇ ਹੋ ਵੀ ਇੰਨਾ ਰੇਟ ਨਹੀਂ ਤੁਸੀਂ ਪਾ ਸਕਦੇ ਜੋ ਮਾਰਕੀਟ ਦਾ ਰੇਟ ਹੈ, ਇਹਨੂੰ ਤੁਸੀਂ ਹੇਰਾਫੇਰੀ ਕਰ ਲਓ। ਇੱਥੇ ਤਾਂ ਅਸੀਂ ਤੁਹਾਨੂੰ 5000 ਰੁਪਏ ਨੂੰ ਇਹ ਦਿੰਦੇ ਆ ਕਿ ਤੇ ਇੰਨੇ 'ਚ ਇੱਟ ਪਾ ਸਕਦੇ ਹੋ, ਹੈ ਚਾਹੇ 7000, ਵਾਧੂ ਰਸੀਦ ਪਾ ਦਿਓ। ਜਿੱਦਣ ਤੁਸੀਂ ਇੱਕ ਵਾਧੂ ਕੱਟਤੀ ਤੁਸੀਂ ਬਲੈਕਮੇਲ ਹੋਣੇ ਸ਼ੁਰੂ ਹੋ ਗਏ। ਦਸਖਤ ਸਰਪੰਚ ਨੇ ਕਰਨੇ ਨਾ ਉੱਪਰਲੇ ਬੰਦੇ। ਜੇ ਸਾਰੇ ਕਿਤੇ ਮਾਰਕੀਟ ਰੇਟ ਆਉਂਦਾ ਹੈ, ਤੁਸੀਂ ਮਤਲਬ ਉਹਨਾਂ ਤੋਂ ਰੇਟ ਲੈ ਸਕਦੇ ਹੋ। ਤੁਸੀਂ ਜੇ ਜ਼ਿਆਦਾ ਤੁਸੀਂ ਵੱਡਾ ਕੰਮ ਕਰਨਾ ਤਾਂ ਟੈਂਡਰ ਕਾਲ ਕਰ ਸਕਦੇ ਹੋ। ਜੋ ਰੇਟ ਮਾਰਕੀਟ ਨਿਕਲੂ ਉਹ 'ਤੇ ਸਾਰੇ ਪ੍ਰੋਕਿਉਰਮੈਂਟ ਇਸ ਤਰ੍ਹਾਂ ਨਾਲ ਹੁੰਦੀ ਹੈ ਨਾ। ਪਿੰਡ ਨਾਲੇ ਵਿਤਕਰਾ ਕਿਉਂ? ਉਹਨੂੰ ਫਸਾਉਣ ਲਈ ਹੈ, ਉਹਨੂੰ ਫਸਾ ਕੇ ਅੱਗੇ ਕੰਮ ਕਰਨ ਲਈ ਹੈ। ਔਰ ਇਸੇ ਕਰਕੇ ਉਹ ਹਮੇਸ਼ਾ ਬੰਦੂਆ ਮਜ਼ਦੂਰੀ ਦੀ ਤਰ੍ਹਾਂ ਸਰਪੰਚ ਕੰਮ ਕਰਦਾ ਹੈ। BDO ਸੈਕਟਰੀ ਤੇ ਉੱਪਰ ਦੇ ਬੰਦਿਆਂ ਨਾਲ, ਹਲਕਾ ਇੰਚਾਰਜ ਤੇ MLA ਤੱਕ, ਉਹ ਕਹਿੰਦਾ ਮੇਰੇ ਮੁਤਾਬਕ ਕੰਮ ਕਰ। ਤੇ ਉਹ ਆਜ਼ਾਦ ਨਹੀਂ ਹੈ। ਆਜ਼ਾਦ ਉਦਣ ਹੋਣਾ ਜਿੱਦਣ ਉਹ ਗ੍ਰਾਮ ਸਭਾ ਦੀ ਸਮਝ ਆ ਗਈ, ਉਹਨੇ ਗ੍ਰਾਮ ਸਭਾ ਨੂੰ ਪੜੇਗਾ। ਨਹੀਂ ਤਾਂ ਜੇ ਆਪਾਂ ਦੇਖੀਏ ਸਾਡੇ ਸੂਬੇ 'ਚ 13,038 ਸਰਪੰਚ ਨੇ ਇਸ ਸਮੇਂ, ਲਗਭਗ 87,000 ਪੰਚ ਹੈ, 2980 ਦੇ ਕਰੀਬ ਬਲਾਕ ਸੰਮਤੀ ਮੈਂਬਰ ਨੇ, 327 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ, 1 ਲੱਖ ਨੁਮਾਇੰਦਾ ਬਣਦਾ। ਜੇ ਸਹੀ ਰੂਪ 'ਚ ਚੁਣਿਆ ਹੋਇਆ ਨੁਮਾਇੰਦਾ ਹੋਵੇ, 1 ਲੱਖ ਆਗੂ ਹੈ ਪੰਜਾਬ ਦੇ ਕੋਲ, ਜਿੱਦਣ ਚੁਣਿਆ ਗਿਆ 1 ਲੱਖ ਆਗੂ ਹੋ ਜਾਏਗਾ ਤਾਂ ਪੰਜਾਬ 'ਚ 117 ਨਹੀਂ ਮਿਲਣਗੇ ਉਹਨਾਂ ਨੂੰ ਅੱਗੇ, ਜਿਹੜੇ ਬਿਹਤਰ ਮਿਲ ਜਾਣ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਵਿੱਚੋਂ। ਕਿਉਂ ਇਹ ਕਰਪਟ ਬੰਦਿਆਂ ਨੂੰ ਸੱਤਾ ਸੌਂਪੀ ਜਾ ਸਕਦੀ ਹੈ? ਉਹਨਾਂ 'ਚੋਂ 117 ਲੱਭਣੇ ਔਖੇ ਨਹੀਂ ਹੈ। ਫਿਰ ਜੇ ਉਹਨਾਂ 'ਚੋਂ ਹੀ ਅਗਲਾ ਕਹਿੰਦਾ ਇਲਾਕਿਆਂ 'ਚ ਸਾਡੇ ਹਲਕੇ ਦੇ 100 ਪਿੰਡਾਂ 'ਚੋਂ 100 ਪੰਚਾਇਤਾਂ 'ਚੋਂ ਆਹ ਬੰਦਾ ਚੱਜਦਾ, ਬੀਬੀ ਆ ਜਾਂ ਬੰਦਾ ਜਿਹੜਾ ਸਰਪੰਚੀ ਚੱਜ ਨਾਲ ਕਰ ਰਿਹਾ, ਦਮ ਨਾਲ ਕਰ ਰਿਹਾ, ਇਮਾਨਦਾਰੀ ਨਾਲ ਕਰ ਰਿਹਾ, ਤੇ ਜੇ ਉਹ MLA ਵੀ ਬਣ ਜੂਗਾ ਤਾਂ ਕੀ ਹਰਜ ਹੈ? ਇਹ ਪੰਜਾਬ ਦੀ ਕਿਸਮਤ ਬਦਲ ਸਕਦੀ ਹੈ 1 ਲੱਖ ਲੀਡਰਸ਼ਿਪ ਜਿਹੜੀ ਹੈ। ਪਰ ਅਜੇ ਉਹ ਕਰਿੰਦਿਆਂ ਦੀ ਭੂਮਿਕਾ 'ਚ ਨੇ। ਜਿੱਦਣ ਉਹ ਉਸ ਪਾਸੇ ਵੱਲ ਆਉਣ ਲੱਗੇ, ਜਾਗਰੂਕ ਹੋ ਕੇ, ਸਮਝਦਾਰੀ ਹੋਗੀ ਤੇ ਆਪਣੇ ਫੈਸਲੇ ਆਪ ਖੁਦ ਲੈਣ ਜੋਗੇ ਹੋਗੇ, ਗ੍ਰਾਮ ਸਭਾ ਨੂੰ ਪੁੱਛ ਕੇ ਲੈਣ ਜੋਗੇ ਹੋਗੇ, ਤਾਂ ਇਹ ਏਜੰਡਾ ਬਹੁਤ ਵਿਆਪਕ ਰੂਪ ਦੇ ਵਿੱਚ ਪੰਜਾਬ ਨੂੰ ਚਾਹੀਦਾ, ਪੰਜਾਬ ਦੀ ਹੋਣੀ ਵਾਸਤੇ ਬਹੁਤ ਜ਼ਰੂਰੀ ਹੈ। ਅੱਛਾ ਸਰ, ਹੁਣ ਮੇਨ ਸਵਾਲ, ਅਹਿਮ ਸਵਾਲ, ਚੋਣਾਂ ਹੈਗੀਆਂ ਨੇ, ਚੈੱਕ ਵੰਡੇ ਜਾਂਦੇ ਨੇ। ਹੁਣ ਆਪਾਂ ਨੂੰ ਪਤਾ ਵੀ ਚੈੱਕ ਵੰਡੇ ਜਾਂਦੇ ਨੇ, ਜਿਹੜੇ ਚੈੱਕ ਵੰਡੇ ਜਾਂਦੇ ਨੇ, ਪੰਜਾਬ ਸਰਕਾਰ ਦੇ ਮੰਤਰੀ DC ਵੰਡ ਰਹੇ ਨੇ ਚੈੱਕ। ਇਹ ਚੈੱਕ ਦਾ ਪੈਸਾ ਕਿਹਦਾ? ਕੇਂਦਰ ਸਰਕਾਰ ਦਾ ਕਿ ਪੰਜਾਬ ਸਰਕਾਰ ਦਾ? ਇਹ ਸਾਰਾ ਪੈਸਾ ਜਾਂ ਫਾਈਨਾਂਸ ਮਿਨਿਸਟਰ ਦਾ ਜਾਂ ਮਨਰੇਗਾ ਦੇ ਮਟੀਰੀਅਲ ਬਾਈਟ ਦਾ, ਹੋਰ ਪੈਸਾ ਹੀ ਨਹੀਂ। 5 ਹੀ ਨਹੀਂ ਇਹ ਦਿਖਾ ਦੇਣ, ਆਪਦੇ ਕੋਲੋਂ 5 ਪੈਸੇ ਦਿਖਾਉਣ ਨਾ ਤੁਸੀਂ ਕਿੱਥੇ ਦਿੱਤਾ ਬਾਈਟ 'ਚੋਂ।
ਤੁਹਾਡਾ ਫਾਈਨਾਂਸ ਕਮਿਸ਼ਨ ਦੋਸ਼ ਲਾ ਰਿਹਾ ਤੁਹਾਡੇ ਤੇ ਤੁਸੀਂ ਪੈਸਾ ਨਹੀਂ ਦਿੱਤਾ, ਹੋਰ ਕੋਈ ਥੋੜੀ ਦੋਸ਼ ਲਾ ਰਿਹਾ। ਜਾਂ ਫਾਈਨਾਂਸ ਕਮਿਸ਼ਨ ਨੂੰ ਕਿਉਂਕਿ ਉਹੀ ਪੈਸਾ ਰੋਕ ਕੇ ਉਹੀ ਚੀਜ਼ਾਂ ਤੁਸੀਂ ਜਾ ਕੇ ਗੱਲ ਕਰ ਰਹੇ ਹੋ। ਜੇ ਲੋਕਾਂ ਦੇ ਵਿੱਚ ਜਿਵੇਂ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਲੋਕ ਸਵਾਲ ਪੁੱਛ ਰਹੇ ਨੇ ਆਪਦੀ ਖੇਤੀ ਬਾਰੇ ਆਪਣੀ, ਇਹ ਸਵਾਲ ਵੀ ਪੁੱਛੇ ਜਾਣੇ ਚਾਹੀਦੇ ਨੇ ਜਦੋਂ ਲੀਡਰ ਪਿੰਡਾਂ ਦੇ ਵਿੱਚ ਜਾਣ, ਜਦੋਂ ਫੰਕਸ਼ਨ ਕਰਨ। ਪਿਛਲਿਆਂ ਨੂੰ ਵੀ ਪੁੱਛੇ ਜਾਣੇ ਚਾਹੀਦੇ ਨੇ ਕਿ ਤੁਸੀਂ ਆਪਣੇ ਰਾਜ ਦੇ ਵਿੱਚ ਕਿੰਨੇ ਪੈਸੇ ਦਿੱਤੇ ਸੀ। ਜਿਹੜੇ ਆਪੋਜੀਸ਼ਨ ਦੇ ਐਮਐਲਏ ਨੇ ਉਹਨਾਂ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਇਹਨਾਂ ਪੈਸਿਆਂ ਲਈ 5 ਸਾਲ 'ਚ ਕੀ ਰੋਲ ਪਲੇ ਕੀਤਾ। ਪੰਚਾਇਤੀ ਰਾਜ ਲਈ ਤੁਸੀਂ ਵਿਧਾਨ ਸਭਾ 'ਚ ਕਦੇ ਕੰਮ ਕੀਤਾ, ਕਦੇ ਗੱਲ ਕੀਤੀ, ਆਪਣੇ ਹਲਕੇ 'ਚ ਕਦੇ ਗ੍ਰਾਮ ਸਭਾ ਬੁਲਵਾਉਣ ਲਈ ਜਦੋਜਹਿਦ ਕੀਤੀ, ਆਪਣੇ ਮਾਮਲਿਆਂ 'ਚ ਕੀਤਾ ਕੀ ਆ ਤੁਸੀਂ, ਬੁਨਿਆਦੀ ਪਾਲਿਸੀ ਫੈਸਲੇ ਕੀ ਲਏ ਨੇ। ਬਾਕੀ ਗੱਲਾਂ ਛੱਡ ਦਿਓ। ਹਰ ਲੀਡਰ ਤੋਂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ। ਜੇ ਸਵਾਲ ਪੁੱਛੋਗੇ, ਮੈਨੂੰ ਤਾਂ ਇਹ ਲੱਗਦਾ, ਖੈਰ ਇਹ ਸ਼ਾਇਦ ਵੱਡਾ ਐਲੀਗੇਸ਼ਨ ਨਾ ਹੋ ਜਾਏ, ਮੈਨੂੰ ਤਾਂ ਇਹ ਲੱਗਦਾ ਜਿਹੜੇ ਮਰਜ਼ੀ ਐਮਐਲਏ ਨੂੰ, ਚਾਹੇ ਹਾਰੇ ਹੋਏ ਨੂੰ ਜਿੱਤੇ ਨੂੰ, ਜੇ ਇੱਕ ਨੇ ਵੀ ਪੰਚਾਇਤੀ ਰਾਜ ਐਕਟ ਪੜ੍ਹਿਆ ਹੋਵੇ, 2-4 ਵਿੱਚੋਂ ਲੱਭ ਜਾਣ ਤਾਂ ਲੱਭ ਜਾਣ, ਕੋਈ ਬੰਦਾ ਨਹੀਂ। ਜੇ ਤੁਸੀਂ ਇਸ ਲੈਵਲ ਦੀ ਜਮਾਤ ਤੋਂ ਉਮੀਦ ਕਰੋਗੇ ਕਿ ਉਹ ਜਾ ਕੇ ਤੁਹਾਡੇ ਕੰਮ ਕਰਨਗੇ, ਤਾਂ ਜੇ ਲੋਕ ਸਵਾਲ ਪੁੱਛਣ ਲੱਗਣਗੇ ਉਹਨਾਂ ਨੂੰ ਵੀ ਲਾਇਕ ਬਣਾ ਦੇਣਗੇ, ਸ਼ਾਇਦ ਉਹਨਾਂ ਨੂੰ ਵੀ ਪੜ੍ਹਨਾ ਪਵੇ, ਪੜ੍ਹ ਕੇ ਜਾਇਆ ਕਰਨ ਅੱਗੇ ਤੋਂ ਕਿ ਸਵਾਲਾਂ ਤੋਂ ਕੌਣ ਡਰਦਾ ਬੰਦਾ ਜਿਹਦੇ ਕੋਲ ਜਵਾਬ ਨਹੀਂ ਹੈ। ਤੇ ਇਸ ਪਾਸੇ ਵੱਲ ਚੱਲਣਾ ਚਾਹੀਦਾ। ਤੇ ਮੈਨੂੰ ਤਾਂ ਇਹ ਲੱਗਦਾ ਕਿ ਇਹ ਪੰਜਾਬ ਦੀਆਂ ਚੋਣਾਂ ਦਾ ਵੱਡਾ ਮੁੱਦਾ ਬਣਨਾ ਚਾਹੀਦਾ, ਅਸੈਂਬਲੀ ਦੀਆਂ ਚੋਣਾਂ ਦਾ, ਕਿ ਵੱਖ-ਵੱਖ ਗੌਰਮੈਂਟਾਂ ਆਈਆਂ ਅੱਜ ਤੱਕ, ਉਹ ਨਾ 29 ਡਿਪਾਰਟਮੈਂਟ ਦੇ ਸਕੀਆਂ, ਨਾ ਫੰਕਸ਼ਨਰੀ ਦੇ ਸਕੀਆਂ, ਨਾ ਪੈਸਾ ਦੇ ਸਕੀਆਂ। ਕਿਉਂ ਨਹੀਂ ਦਿੱਤਾ ਤੁਸੀਂ? ਪਹਿਲਾਂ ਇਹ ਸਵਾਲ ਹੈ। ਅੱਗੇ ਕਿਵੇਂ ਦਿਓਗੇ ਫਿਰ? ਅੱਜ ਜਿਹੜਾ ਵਾਅਦਾ ਕਰਦੇ ਹੋ ਤੇ ਕਿਵੇਂ ਦੇ ਦੋਗੇ ਤੁਸੀਂ, ਉਹ ਸਵਾਲ ਹੈ। ਤੇ ਗ੍ਰਾਮ ਸਭਾਵਾਂ ਦੇ ਵਿਰੋਧੀ ਤੁਸੀਂ ਕਿਉਂ? ਕਿਉਂਕਿ ਜੇ ਹੋ ਜਾਂਦਾ ਅਸਲ 'ਚ ਐਮਐਲਏ ਮੰਤਰੀ, ਕਿਸੇ ਨੂੰ ਕੌਣ ਪੁੱਛੂਗਾ? ਫੀਤਾ ਕੱਟਣ ਕਿਉਂ ਬੁਲਾਊਗਾ? ਉਹ ਕਹਿੰਦਾ ਮੈਂ ਉੱਥੇ 4 ਲੱਖ ਗ੍ਰਾਂਟ ਦੇ ਕੇ ਆਉਣੀ ਹੈ। ਜੇ ਗ੍ਰਾਂਟ ਸਾਡੀ ਹੋ ਹੈ, ਸਾਡੇ ਕੋਲ ਹੀ ਰਹਿਣੀ, ਅਸੀਂ ਆਪਦਾ ਫੈਸਲਾ ਕਰ ਲਿਆ, ਤੇ ਤੇਰੇ ਤੋਂ ਕੀ ਲੈਣਾ? ਕਿਉਂਕਿ ਸਾਡੇ ਐਮਐਲਏ ਜਿਹੜੇ ਅਸੀਂ ਚੁਣਦੇ ਆ, ਇਹ ਵਿਧਾਨ ਘੜਨੀ ਸਭਾ ਹੈ, ਉੱਥੇ ਵਿਧਾਨ ਬਣਾਉਣੇ ਨੇ ਤੇ ਪਾਲਿਸੀ ਬਣਾਉਣੀ ਹੈ। ਇੰਨੇ ਜੋਗੇ ਐਮਐਲਏ ਹੈ ਨਹੀਂ ਪਾਲਿਸੀ ਬਣਾਉਣ ਜੋਗੇ, ਉਹ ਫੀਤਾ ਕੱਟਣ ਜੋਗੇ ਨੇ। ਤੇ ਇਸ ਲਈ ਫਿਰ ਹੌਲੀ ਹੌਲੀ ਕੀ ਹੋ ਜਾਊਗਾ, ਬਹੁਤ ਸਾਰੇ ਐਮਐਲਏ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਣਨਾ ਚਾਹਣਗੇ, ਬਹੁਤ ਸਾਰੇ ਐਮਐਲਏ ਬਲਾਕ ਸਮਿਤੀ ਦਾ ਚੇਅਰਮੈਨ ਬਣਨਾ ਚਾਹਣਗੇ। ਸ਼ਾਇਦ ਹੌਲੀ ਹੌਲੀ ਜਿਨ੍ਹਾਂ ਦੇ ਦਿਮਾਗ 'ਚ ਪਾਲਿਸੀ ਦਾ ਕੀੜਾ ਹੋਏਗਾ, ਥੋੜ੍ਹਾ ਬਹੁਤ ਜਾਣ ਪਛਾਣ ਹੋਏਗੀ ਕਿ ਆਪਾਂ ਨੂੰ ਪਾਲਿਸੀ ਲੈਵਲ 'ਤੇ ਜਾਣਾ ਚਾਹੀਦਾ, ਕਰਪਸ਼ਨ ਦਾ ਸਾਈਡ ਸਾਡੀ ਨਹੀਂ ਮਿਲੂਗੀ, ਉਹੇ ਜਿਹੇ ਐਮਐਲਏ ਬਣਨੇ ਸ਼ੁਰੂ ਹੋ ਜਾਣ। ਸਰ, ਗ੍ਰਾਮ ਸਭਾ ਦੇ ਵਿੱਚ ਐਮਐਲਏ ਜਾਂ ਐਮਪੀ ਇੰਟਰਫੇਅਰ ਕਰ ਸਕਦਾ ਕਿਸੇ ਵੀ ਪੱਖੋਂ, ਜਾਂ ਕੋਈ ਵੀ ਚੀਜ਼ ਉਹਨੇ ਲਾਗੂ ਕਰਵਾਉਣੀ ਹੋਵੇ, ਕਿ ਉਹ ਇਹਨਾਂ ਚੀਜ਼ਾਂ ਵਿੱਚ ਇੰਟਰਫੇਅਰ ਕਰਕੇ ਮਤਾ ਪਵਾ ਸਕਦਾ ਜਾਂ ਮਤਾ ਬਰਖਾਸਤ ਕਰਵਾ ਸਕਦਾ? ਜਾਂ ਕੋਈ ਵੀ ਜੋ ਕੇਂਦਰ ਸਰਕਾਰ ਦਾ ਪੈਸਾ ਆਉਂਦਾ ਹੈ ਜਾਂ ਗ੍ਰਾਂਟ ਆਉਂਦੀ ਹੈ, ਉਸ ਉੱਪਰ ਨੀਂਹ ਪੱਥਰ ਰੱਖਿਆ ਜਾ ਸਕਦਾ ਐਮਪੀ ਜਾਂ ਐਮਐਲਏ ਦਾ? ਇਹ ਤਾਂ ਇਖਲਾਕੀ ਸਵਾਲ ਨੇ, ਕਿਸੇ ਦਾ ਕੁਝ ਨਹੀਂ ਰੱਖਿਆ ਜਾ, ਤੇਰਾ ਰਾਈਟ ਹੀ ਨਹੀਂ ਉਹਦੇ 'ਚ ਹੈ, ਨਹੀਂ ਲੱਗਾ ਦੇਗਾ। ਇਹ ਐਵੇਂ ਵਾਧੂ ਦੇ ਕੰਮ ਨੇ ਜਿਹੜੇ ਸ਼ੁਰੂ ਕਰ ਲਏ ਨੇ ਸਾਡੇ। ਗ੍ਰਾਮ ਸਭਾ ਦੇ ਵਿੱਚ ਐਮਐਲਏ ਐਮਪੀ ਦਾ ਕੋਈ ਰੋਲ ਨਹੀਂ ਹੈ, ਤੇ ਕਿਸੇ ਵੀ ਬਾਹਰਲੇ ਬੰਦੇ ਨੂੰ ਗ੍ਰਾਮ ਸਭਾ ਦੀ ਇਹ ਤਾਕਤ ਹੈ, ਉਹ ਕੱਢ ਸਕਦੀ ਹੈ ਕਿ ਤੂੰ ਚਲਾ ਜਾ ਇੱਥੋਂ, ਤੂੰ ਸਾਡਾ ਮੈਂਬਰ ਨਹੀਂ ਹੈ, ਤੂੰ ਹਾਂ। ਉਸੇ ਪਿੰਡ ਦਾ ਜੇ ਐਮਐਲਏ ਐਮਪੀ, ਉਹ ਆਪਦੀ ਗ੍ਰਾਮ ਸਭਾ 'ਚ ਬੈਠ ਸਕਦਾ ਬਤੌਰ ਸਧਾਰਨ ਮੈਂਬਰ। ਜਿਵੇਂ ਦਿੱਲੀ ਦੇ ਵਿੱਚ ਮਤਵਾਜੀ ਕਿਸਾਨ ਸੰਸਦ ਚੱਲੀ ਪੈਰਲਲ, ਆਪੋਜੀਸ਼ਨ ਦੇ ਐਮਪੀ ਆਏ ਕਿ ਸਾਨੂੰ ਬੁਲਾਓ, ਕਹਿੰਦੇ ਬੁਲਾਉਣਾ ਨਹੀਂ, ਉੱਥੇ ਦਰਸ਼ਕ ਗੈਲਰੀ 'ਚ ਬੈਠ ਜਾਓ। ਉਵੇਂ ਹੀ ਕੋਈ ਐਮਪੀ ਐਮਐਲਏ ਦਰਸ਼ਕ ਬਣ ਕੇ ਬੈਠ ਸਕਦਾ ਆਪਦੀ ਗ੍ਰਾਮ ਸਭਾ 'ਚ, ਰੋਲ ਕੋਈ ਪਲੇ ਨਹੀਂ ਕਰ ਸਕਦਾ। ਨੀਂਹ ਪੱਥਰ ਲਗਾ ਸਕਦਾ ਕੋਈ ਵੀ ਨਹੀਂ? ਨੀਂਹ ਤੋਂ ਤਾਂ ਫਰਾਡ ਹੈ ਸਾਰਾ। ਨੀਂਹ ਪੱਥਰ ਦਾ ਤਾਂ ਕਲਚਰ ਹੀ ਗਲਤ ਹੈ। ਤੁਸੀਂ ਰਾਜੇ ਥੋੜ੍ਹੀ ਹੋ, ਮਹਾਰਾਜੇ ਥੋੜ੍ਹੀ ਹੋ ਜਿਹੜੇ ਤੁਸੀਂ ਰਾਜਿਆਂ ਵਾਲਾ ਕੰਮ ਕਰਦੇ ਹੋ, ਮੇਰਾ ਨੀਂਹ ਪੱਥਰ ਰਹੇ ਜੇ। ਇਹ ਲੋਕਾਂ ਦਾ ਪੈਸਾ, ਲੋਕਾਂ ਦੇ ਟੈਕਸ ਨੇ। ਤੁਸੀਂ ਇੱਕ ਰਸਤੇ ਦੇ ਵਿੱਚ ਇੱਕ ਤੁਹਾਡਾ ਮਾਹੌਲ ਹੈ ਕਿ ਤੁਹਾਨੂੰ ਇੱਕ ਕੰਮ ਮਿਲਿਆ, ਜਾਂਦੇ ਜਾਂਦੇ ਕਰਨਾ, ਇਹ ਤਾਂ ਉਹੀ ਬੰਦ ਹੋਣਾ ਚਾਹੀਦਾ ਨੀਂਹ ਪੱਥਰ ਕਲਚਰ। ਅਮਰਿੰਦਰ ਸਿੰਘ ਨੇ ਕਿਹਾ ਵੀ ਸੀ ਜਦੋਂ ਆਇਆ ਵੀ ਕੋਈ ਨੀਂਹ ਪੱਥਰ ਨਹੀਂ ਲੱਗੂਗਾ ਫਲਾਨਾ, ਉਹੀ ਚੀਜ਼ਾਂ ਚੱਲ ਪਈਆਂ ਸਾਰੇ, ਉਹਦਾ ਕੋਈ ਮਤਲਬ ਨਹੀਂ ਬਚਦਾ। ਕਿਉਂਕਿ ਪੋਲੀਟੀਸ਼ੀਅਨ, ਇਹ ਸਾਡੀ ਮਨੁੱਖੀ ਖਾਹਿਸ਼ ਹੈ ਕਿ ਜਦੋਂ ਆਪਾਂ ਘੁੰਮਣ ਵੀ ਜਾਂਦੇ ਨੇ ਨਾ ਪਹਾੜਾਂ 'ਚ, ਲੋਕ ਉਸ ਪੱਥਰ 'ਤੇ ਜਿੱਥੇ ਕੋਈ ਨਹੀਂ ਚੜ੍ਹਦਾ ਉੱਥੇ ਵੀ ਆਪਦਾ ਨਾਂ ਲਿਖਿਆ ਹੁੰਦੇ ਨੇ। ਸ਼ਾਇਦ ਇਹ ਭੁਲੇਖਾ ਹੁੰਦਾ ਵੀ ਦੁਨੀਆ ਆ ਕੇ ਦੇਖੂਗਾ ਫਲਾਨਾ ਸਿੰਘ ਇੱਥੇ ਵੀ ਆਇਆ ਸੀ। ਇੱਕ ਮਨੁੱਖੀ ਖਾਹਿਸ਼ ਹੈ ਲਾਲਚ ਦੀ, ਹੋਰ ਕੋਈ ਗੱਲ ਨਹੀਂ। ਅਮਰ ਹੋਣ ਦੀ, ਅਮਰ ਇਸ ਤਰੀਕੇ ਨਾਲ ਨਹੀਂ ਹੁੰਦੇ ਲੋਕ। ਤੇ ਇਹ ਚੀਜ਼ਾਂ ਜਿਹੜੇ ਮਤਲਬ ਬੰਦ ਕਰਕੇ ਰੀਅਲ ਇਸ਼ੂ ਜਿਹੜੇ ਨੇ ਉਹ ਇਸ਼ੂ ਬਣਨੇ ਚਾਹੀਦੇ ਨੇ। ਗ੍ਰਾਮ ਸਭਾ, ਪੰਚਾਇਤੀ ਰਾਜ ਸੰਸਥਾਵਾਂ, ਲੋਕਲ ਬਾਡੀ ਦੀਆਂ ਸੰਸਥਾਵਾਂ, ਲੋਕਾਂ ਦੀ ਇੰਪਾਵਰਮੈਂਟ, ਇਹ ਵੱਡਾ ਮੁੱਦਾ ਜਿੰਨਾ ਚਿਰ ਨਹੀਂ ਬਣਦਾ। ਜਿਹੜੀਆਂ ਦੂਜੀ ਬਿਜਲੀ ਮਾਫ, ਫਲਾਨਾ ਮਾਫ, ਧਮਕਾ ਮਾਫ, ਇਹਦੇ ਨਾਲ ਉਹ ਬੁਨਿਆਦੀ ਇਸ਼ੂ ਨੇ ਜਿਨ੍ਹਾਂ ਤੇ ਜ਼ੋਰ ਦੇਣਾ ਚਾਹੀਦਾ। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਗ੍ਰਾਮ ਸਭਾ, ਪੰਚਾਇਤ, ਪਿੰਡ ਨੂੰ ਗ੍ਰਾਮ ਸਭਾ ਸਾਲ ਵਿੱਚ 2 ਵਾਰੀ ਬੁਲਾਉਣੀ ਹੀ ਪੈਣੀ ਹੈ। ਜੇ ਸਰਪੰਚ ਨਹੀਂ ਬੁਲਾਉਂਦਾ, ਤੁਸੀਂ 20% ਆਬਾਦੀ ਉਹਦੇ ਤੇ ਕਾਰਵਾਈ ਕਰ ਸਕਦੀ ਹੈ, ਬੀਡੀਪੀ ਨੂੰ ਲਿਖ ਕੇ ਦੇ ਸਕਦੇ ਹੋ। ਉਹ ਦੂਸਰੇ ਪਾਸੇ ਕੋਈ ਵੀ ਐਮਪੀ ਜਾਂ ਐਮਐਲਏ ਗ੍ਰਾਮ ਸਭਾ ਜਾਂ ਪੰਚਾਇਤ ਦੇ ਵਿੱਚ ਕੋਈ ਵੀ ਪਾਲਿਸੀ ਜਾਂ ਇੰਟਰਫੇਅਰ ਨਹੀਂ ਕਰ ਸਕਦਾ। ਗ੍ਰਾਮ ਸਭਾ ਦਾ ਜੋ ਮੈਂਬਰ ਹੈਗਾ ਦਰਸ਼ਕ ਬਣ ਕੇ ਬੈਠ ਸਕਦਾ, ਪਰ ਕੋਈ ਵੀ ਆਪਣਾ ਏਜੰਡਾ ਨਹੀਂ ਥੋਪ ਸਕਦਾ। ਤੀਸਰੀ ਗੱਲ,
ਜਿੰਨਾ ਵੀ ਪੈਸਾ ਪਿੰਡ ਵਿੱਚ ਲੱਗਣਾ ਗ੍ਰਾਮ ਸਭਾ ਦੇ ਤਹਿਤ ਹੀ ਲੱਗਣਾ ਹੈ। ਗ੍ਰਾਮ ਸਭਾ ਦੇ ਮੈਂਬਰ ਡਿਸਾਈਡ ਕਰਨਗੇ ਪਿੰਡ ਵਿੱਚ ਕਿਹੜੀ ਚੀਜ਼ ਕਿੱਥੇ ਲੱਗਣੀ ਹੈ। ਚੌਥੀ ਗੱਲ, ਜੇ ਕਿਸੇ ਕੋਲ ਮਕਾਨ ਨਹੀਂ ਹੈਗਾ ਉਹ ਵੀ ਗ੍ਰਾਮ ਸਭਾ ਤੈਅ ਕਰ ਸਕਦੀ ਹੈ ਕਿਸ ਨੂੰ 5 ਮਰਲੇ ਜਾਂ ਕਿੰਨੀ ਵੀ ਜਗ੍ਹਾ ਦੇਣੀ ਹੈ, ਉਹ ਤੈਅ ਕੀਤਾ ਜਾ ਸਕਦਾ ਹੈ। ਉਸ ਤੋਂ ਅਗਲੀ ਗੱਲ, ਗ੍ਰਾਮ ਸਭਾ ਵਿੱਚ ਕੋਈ ਵੀ ਫੈਸਲਾ ਹੁੰਦਾ ਉਸ ਨੂੰ ਪ੍ਰਧਾਨ ਮੰਤਰੀ ਵੀ ਨਹੀਂ ਪਲਟ ਸਕਦਾ। ਇਹੋ ਜਿਹੇ ਬਹੁਤ ਕਿੱਸੇ, ਇਹੋ ਜਿਹੀ ਬਹੁਤ ਕਾਨੂੰਨ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਜੋ ਪੰਚਾਇਤ ਕਾਨੂੰਨ ਦੇ ਤਹਿਤ ਨੇ। ਸਾਰੀ ਤੁਸੀਂ ਜਾਣਕਾਰੀ ਲਈ ਹੈ। ਔਰ ਇਹ ਕੇਸ ਤੋਂ ਪਹਿਲਾਂ ਵੀ ਅਸੀਂ ਇੰਟਰਵਿਊ ਕੀਤਾ ਸੀ ਨਰੇਗਾ ਦੇ ਉੱਤੇ। ਜੇ ਨਰੇਗਾ ਨੂੰ ਲੈ ਕੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਲਿੰਕ ਤੁਹਾਨੂੰ ਉੱਪਰ ਸ਼ੇਅਰ ਕਰ ਦਿੱਤਾ ਗਿਆ, ਲਿੰਕ ਤੇ ਜਾ ਕੇ ਨਰੇਗਾ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤਾਂ ਹੋਰ ਪੰਚਾਇਤ ਨੂੰ ਲੈ ਕੇ ਸਰਪੰਚ ਦੇ ਹੋਰ ਕਿਹੜੇ ਅਧਿਕਾਰ ਨੇ, ਕਿਵੇਂ ਗ੍ਰਾਂਟਾਂ ਆਉਂਦੀਆਂ ਨੇ, ਹੋਰ ਕਿਹੜੇ ਪੱਖੋਂ ਕਾਨੂੰਨ ਬਣੇ ਹੋਏ ਪਿੰਡਾਂ ਦੇ ਵਿੱਚ, ਤੁਹਾਡੇ ਨਾਲ ਸਮੇਂ-ਸਮੇਂ ਸਿਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਤਾਂ ਦੂਸਰੇ ਪਾਸੇ ਤੁਹਾਡੇ ਕੋਲ ਕੋਈ ਵੀ ਸਿਆਸੀ ਲੀਡਰ ਆਉਂਦਾ ਸਵਾਲ ਕਰ ਲਿਆ ਜੇ ਵੀ ਤੁਸੀਂ ਪਿੰਡ ਵਾਸਤੇ ਕੀਤਾ ਕੀ ਹੈ, ਕਿਉਂਕਿ ਪਿੰਡ ਵਿੱਚ ਜਿੰਨੀਆਂ ਵੀ ਗ੍ਰਾਂਟਾਂ ਆਉਂਦੀਆਂ ਨੇ ਉਹ ਕੇਂਦਰ ਸਰਕਾਰ ਦੇ ਤਹਿਤ ਹੀ ਆਉਂਦੀਆਂ ਨੇ। ਉਲਟਾ ਸ਼ਾਮਲਾਟ ਜ਼ਮੀਨਾਂ ਦੇ ਵਿੱਚੋਂ 30% ਸੂਬੇ ਦੀ ਸਰਕਾਰ ਲੈ ਜਾਂਦੀ ਹੈ ਵੀ ਉਹਨਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦੇਣੀ ਹੈ। ਸਵਾਲ ਕਰ ਲਿਆ ਜੇ, ਸਵਾਲ ਨਾ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਆਪਣਾ ਭਵਿੱਖ ਧੁੰਦਲਾ ਦਿਖਾਈ ਨਾ ਦੇਵੇ। ਔਰ ਗ੍ਰਾਮ ਸਭਾ ਬੁਲਵਾ ਲਿਆ ਕਰੋ। ਗ੍ਰਾਮ ਸਭਾ ਇੱਕ ਇਹੋ ਜਿਹਾ ਮਤਾ ਪਾ ਸਕਦਾ ਹੈ ਜਿਸ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਤਾਂ ਪੰਜਾਬ ਨਿਊਜ਼ ਨਾਲ ਬਣੇ ਰਹਿਣਾ। ਪੇਜ ਨੂੰ ਲਾਈਕ ਕਰੋ, ਵੀਡੀਓ ਸ਼ੇਅਰ ਕਰੋ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।